श्री वाहिगुरु साहिब जी। पैराओ महला पंजवा। नाम हमारा वेद अरनाद, नाम हमारा पूरे काज, नाम हमारा पूजा देव, नाम हमारा गुर की सेवा, नाम हमारा वेद और नाद। वाहिगुरु जी का खालसा, वाहिगुरु जी की फतेह। कोट ब्रह्मंडां दे मालक, जुगो जुगी अटल शब्दा अवतार, दसां पातशाहियां दी आत्मक जोत, धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़मन बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल हुए मनुआ सतगुर का दर्शन पाई जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। पैराओ महला पंजवा। भैरों राग विच पंजवें पातशाह धन सतगुरु श्री गुरु अर्जन देव साहिब जी महाराज शो पावन उपदेश की बख्शिश कर रहे हैं। मोहे दुहागन आप सिगारी, मैं छुटड़ भाव पति परमात्मा की असखियातता वाली नूं प्रभु ने आप ही श्रद्धा भगति गुणां दे श्रृंगार आदि दे नाल श्रृंगारना कीता है। जे महाराज सच्चे पातशाह की कृपा होवे तां ही शुभ गुण प्राप्त होंदे हन। जे वाहिगुरु की निगाह ना होवे तां एक भी गुण प्राप्त नहीं होंदा। प्रभु की कृपा की निशानी है सोलह की ये सिगार की अंजन बाजिया। सो जे महाराज की कृपा उसकी निगाह होवे तां ही साधना के श्रृंगार शोभा पाउंदे ने। जो दुहागण छुटड़ का भाव औगण हन गुरु घर दे विच कमाई भावें थोड़ी करे पर औगणा का त्याग लाजमी है। खास करके निंदिया चुगली ईर्खा त्याग वैर विरोध काम क्रोध आदि जिहड़े औगण ने ये भगती नूं घटाउंदे ने माइनस करदे ने बल्कि खत्म कर दिंदे ने। इसलिए
ਜੇ ਔਗਣਾਂ ਦਾ ਤਿਆਗ ਨਹੀਂ ਹੈ ਤਾਂ ਕਮਾਈ ਦਾ ਲਾਭ ਪ੍ਰਾਪਤ ਨਹੀਂ ਹੁੰਦਾ। ਜਿਵੇਂ ਪਤ ਵਰਤਾ ਧਰਮ 'ਚ ਪਰਪੱਕ ਇਸਤਰੀ ਸੱਚ ਬੋਲਦੀ ਹੈ, ਸ਼ੁਭ ਗੁਣਾਂ ਦਾ ਉਹਨੇ ਸ਼ਿੰਗਾਰ ਕੀਤਾ ਹੋਇਆ ਹੈ। ਸਖੀ ਕਾਜਲ ਹਾਰ ਤੰਬੋਲ ਸਭ ਹੈ ਕਿਸ ਸਾਜਿਆ, ਸੋਹਲੇ ਕੀ ਸਿਗਾਰ ਕੀ ਅੰਜਨ ਪਾਜਿਆ। ਜੇ 16 ਸ਼ਿੰਗਾਰ ਕੀਤੇ ਹੋਣ, ਕੱਜਲ ਪਾਇਆ ਹੋਏ, ਪਾਨਾਂ ਦਾ ਬੀੜਾ ਚੱਬਿਆ ਹੋਵੇ, ਸਭ ਕੁਝ ਸਾਜ ਬਾਜ ਸੇਜਾ ਆਦਿਕ ਘਰ-ਬਾਰ ਸੁੰਦਰ ਬਣਾਇਆ ਹੋਵੇ, ਪਰ ਜੇ ਪਤੀ ਦੇ ਦਰਸ਼ਨ ਹੀ ਨਹੀਂ ਹਨ, ਕਿਉਂਕਿ ਗੁਣ ਨਹੀਂ ਹਨ। ਜੇ ਘਰ ਆਵੇ ਕੰਧ ਤਾਂ ਸਭ ਕੁਛ ਪਾਈਐ। ਜੇ ਪਤੀ ਘਰ ਦੇ ਵਿੱਚ ਆ ਕੇ ਦਰਸ਼ਨ ਦੇਵੇ ਤਦੋਂ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਹਰ ਹਾਂ ਕੰਤ ਬਾਝ ਸੀਗਾਰ ਸਭ ਬਿਰਥਾ ਜਾਈਐ। ਮਹਾਰਾਜ ਫਰਮਾਉਂਦੇ ਨੇ ਕਿ ਪਤੀ ਪਰਮਾਤਮਾ ਦੀ ਪ੍ਰਾਪਤੀ ਤੋਂ ਬਿਨਾਂ ਜਿੰਨੇ ਵੀ ਹਾਰ ਸ਼ਿੰਗਾਰ ਨੇ ਸਭ ਵਿਅਰਥ ਨੇ, ਸਭ ਫਜ਼ੂਲ ਨੇ। ਇਸ ਲਈ ਗੁਣਾਂ ਦੀ ਬਹੁਤ ਜ਼ਰੂਰਤ ਹੈ। ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਨੂੰ ਧਾਰਨ ਕੀਤੇ ਤੋਂ ਬਗੈਰ ਭਗਤੀ ਸੰਪੂਰਨ ਨਹੀਂ ਹੁੰਦੀ ਹੈ। ਕਰਦੇ ਤਾਂ ਆਪਾਂ ਸਾਰੇ ਹੀ ਹਾਂ। ਕਈਆਂ ਮਾਲਾ ਫੜੀ ਹੋਗੀ ਤੇ ਮੂੰਹ ਤੋਂ ਗਾਲਾਂ ਕੱਢੀ ਜਾਣਗੇ, ਉਹ ਫਲਾਣਿਆ ਹੋਏ, ਟਿਮਕੜਿਆ ਹੋਏ, ਐ ਹੋਏ, ਉਹ ਮਣ ਕੇ ਸੁੱਟੀ ਜਾਣਗੇ। ਇਸ ਤਰ੍ਹਾਂ ਦਾ ਕੋਈ ਲਾਭ ਨਹੀਂ। ਇਸ ਲਈ ਰਸਨਾ ਦੇ ਉੱਪਰ ਵੀ ਪ੍ਰਭੂ ਦਾ ਨਾਮ ਦੇ ਮਨ ਦੇ ਵਿੱਚ ਵੀ ਵਾਹਿਗੁਰੂ ਦਾ ਨਾਮ ਵਸਣਾ ਚਾਹੀਦਾ ਹੈ। ਨਿੰਦਿਆ ਚੁਗਲੀ ਐਰ ਈਰਖਾ ਵੈਰ ਵਿਰੋਧ ਤੋਂ ਅੰਗਰੇਜ਼ ਹੋਵੇ ਤਾਂ ਭਗਤੀ ਫਲੀਭੂਤ ਹੁੰਦੀ ਹੈ। ਅਸੀਂ ਹੈ ਤਾਂ ਔਗਣਾਂ ਵਾਲੇ ਸੀਗੇ, ਪਰ ਮੋਹੇ ਦੁਹਾਗਣ ਆਪ ਸੀਗਾਰੀ। ਵਾਹਿਗੁਰੂ ਜੀ ਨੇ ਸਾਨੂੰ ਔਗਣਾਂ ਵਾਲਿਆਂ ਨੂੰ ਦੁਹਾਗਣ ਛੁੱਟੜ ਇਸਤਰੀ ਦੀ ਤਰ੍ਹਾਂ ਆਪ ਹੀ ਸ਼ੁਭ ਗੁਣਾਂ ਦਾ ਸ਼ਿੰਗਾਰ ਬਖਸ਼ ਕੇ ਸ਼ਿੰਗਾਰਨਾ ਕੀਤਾ ਹੈ। ਆਪ ਕਿਰਪਾ ਕੀਤੀ ਹੈ, ਕਿਉਂਕਿ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਹਰ ਧਨ ਜਿਨੀ ਸੰਜਿਆ ਸਈ ਗੰਭੀਰ ਅਪਾਰ ਜੀਓ। ਸਾਨੂੰ ਸੋਹਣਾ ਆਤਮਿਕ ਰੂਪ ਦੇ ਕੇ ਰੂਪ ਰੰਗ ਦੇ ਨਾਮ ਸਮਾਰੀ ਆਪ ਦਾ ਨਾਮ ਬਖਸ਼ ਕੇ ਮੁਰਦਿਆਂ ਨੂੰ ਜੀਵਤ ਕੀਤਾ ਹੈ। ਐਸੀ ਕਿਰਪਾ ਕੀਤੀ ਹੈ। ਸੋ ਆਪਾਂ ਪਿੱਛੇ ਵਿਚਾਰ ਕਰ ਰਹੇ ਸੀ ਕਿ ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੋਟਿਓ ਦੇਵਾ। ਜੇ ਮਨ ਵਿੱਚੋਂ ਕਾਮ ਵਾਸ਼ਨਾ ਮੰਦ ਵਾਸ਼ਨਾ ਦਾ ਫੁਰਨਾ ਨਹੀਂ ਖਤਮ ਹੋਇਆ, ਕ੍ਰੋਧ ਤੀਖਣ ਬਿਰਤੀ ਦਾ ਨਾਮ ਹੈ, ਗੁੱਸਾ ਨਹੀਂ ਗਿਆ, ਲੋਭ ਲਾਲਚ ਦਾ ਤਿਆਗ ਨਹੀਂ ਕੀਤਾ, ਤਾਂ ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੋਟਿਓ ਦੇਵਾ। ਪਰ ਨਿੰਦਾ ਮੁਖ ਤੇ ਨਹੀਂ ਛੋਟੀ। ਪਰਾਈ ਦੀ ਨਿੰਦਿਆ ਕਰਨੀ ਆਪਦੇ ਮੁਖ ਤੋਂ ਛੱਡੀ ਨਹੀਂ ਹੈ, ਕਿਉਂਕਿ ਜ਼ੁਬਾਨ ਦਾ ਇੱਕ ਹੀ ਕੰਮ ਕਰੂਗੀ, ਜਾਂ ਵਾਹਿਗੁਰੂ ਜਪੂਗੀ ਜਾਂ ਨਿੰਦਿਆ ਕਰੂਗੀ। ਨਿੰਦਿਆ ਕਰਨ ਦੇ ਨਾਲ ਜਿਸ ਤਰ੍ਹਾਂ ਗੰਦਗੀ ਫਰੋਲਣ ਦੇ ਨਾਲ ਬਦਬੂ ਆਉਂਦੀ ਹੈ, ਜੇ ਕਿਸੇ ਵਿੱਚ ਔਗਣ ਹਨ ਤਾਂ ਸਾਨੂੰ ਕੀ ਲੱਗੇ? ਆਪਾਂ ਕੋਈ ਠੇਕਾ ਥੋੜ੍ਹਾ ਲਿਆ ਹੋਇਆ। ਸਾਡੇ ਆਖੇ ਕੋਈ ਸੁਧਰਦਾ ਤਾਂ ਹੈ ਨਹੀਂ। ਦੁਨੀਆ ਤਾਂ ਗੁਰੂ ਨਾਨਕ ਸਾਹਿਬ ਦੀ ਆਖੇ ਨਹੀਂ ਲੱਗੀ, ਮੈਨੂੰ ਮਾਫ਼ ਕਰਨਾ। ਕਿੰਨਾ ਵੇਖੋ ਬੁਰਾ ਹਾਲ ਹੋਇਆ ਪਿਆ। ਜਿੰਨੇ ਲੱਗਣਾ ਵਾਹਿਗੁਰੂ ਦੀ ਕਿਰਪਾ ਨਾਲ ਉਹਨੇ ਭੱਜੇ ਆਉਣਾ, ਨਹੀਂ ਲੱਗਣਾ ਤੇ ਨਹੀਂ ਲੱਗਣਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਖੇ ਕੌਣ ਲੱਗਾ ਸੀਗਾ? 10 ਲੱਖ ਦੇ ਇਕੱਠ ਵਿੱਚੋਂ ਸਾਰਿਆਂ ਥੋੜ੍ਹਾ ਅੰਮ੍ਰਿਤਪਾਨ ਕਰ ਲਿਆ ਸੀ। ਆਪਾਂ ਕਿੰਨਿਆਂ ਕੁ ਨੂੰ ਸਮਝਾ ਸਕਦੇ ਹਾਂ ਜਿਹੜੇ ਮਹਾਰਾਜ ਦੇ ਕਹਿਣੇ ਵਿੱਚ ਨਹੀਂ ਲੱਗੇ। ਅਗੇ ਜੀ ਸਹਿਜੇ ਸਹਿਜੇ ਛਕ ਲਵਾਂਗੇ, ਉਹ ਸਹਿਜਤਾਰੀ ਨਾਮ ਅਜੇ ਤੱਕ ਚੱਲਦਾ ਪਿਆ ਹੈ। ਸਾਡਾ ਮਨ ਗੁਰੂ ਵਾਲੇ ਪਾਸੇ ਆ ਕੇ ਰਾਜੀ ਵੀ ਨਹੀਂ, ਪਤਾ ਨਹੀਂ ਕਾਰਨ ਕੀ ਹੈ। ਕਹਿਣ ਦਾ ਭਾਵ ਇਹ ਹੈ ਕਿ ਜੇ ਕਿਸੇ ਵਿੱਚ ਔਗਣ ਨੇ ਤਾਂ ਅਰਦਾਸ ਵਿੱਚ ਆਪਾਂ
ਇਹ ਮੰਗਦੇ ਹਾਂ ਜਿਨ੍ਹਾਂ ਦੇਖ ਕੇ ਅੰਡਿਠ ਕੀਤਾ। ਦੇਖ ਕੇ ਅੰਡਿਠ ਕਰਨ ਦਾ ਕੀ ਭਾਵ ਹੈ ਕਿ ਸਾਹਮਣੇ ਕੋਈ ਔਗਣ ਕਿਸੇ ਦਾ ਜ਼ਾਹਰ ਹੋ ਜਾਏ, ਆਪਦਾ ਮੂੰਹ ਪਰਾਂ ਕਰਕੇ ਆਪਦਾ ਪਾਠ ਕਰੀ ਜਾਏ। ਇਹ ਵੇਖ ਕੇ ਅੰਡਿਠ ਕਰਨ ਦਾ ਮਤਲਬ ਭਾਣਾ ਮੰਨਣ ਦਾ ਹੈ। ਆਪਦਾ ਮਨ ਸ਼ਾਂਤ ਰੱਖੋ। ਜੋ ਕੁਝ ਹੋ ਰਿਹਾ ਮਹਾਰਾਜ ਦੇ ਹੁਕਮ 'ਚ ਹੋ ਰਿਹਾ। ਗੁਰੂ ਘਰ ਚੰਗੇ ਬਣਨ ਦਾ ਉਪਦੇਸ਼ ਤਾਂ ਦਿੱਤਾ ਜਾਂਦਾ ਹੈ, ਪਰ ਆਪਾਂ ਬਾਈ ਆਰਡਰ ਕਿਸੇ ਦਾ ਨਾਮ ਲੈ ਕੇ ਜਾਂ ਬਾਂਹ ਤੋਂ ਫੜ ਕੇ ਨਹੀਂ ਕਿਸੇ ਨੂੰ ਸਮਝਾ ਸਕਦੇ। ਇਹ ਗੁਰੂ ਜੀ ਦੀ ਆਗਿਆ ਨਹੀਂ ਹੈ। ਫਿਰ ਲੜਾਈ ਹੁੰਦੀ ਹੈ, ਘਰਦਿਆਂ ਨੂੰ ਵੀ ਨਹੀਂ ਕਹਿ ਸਕਦੇ। ਸਰਬ ਸਾਂਝਾ ਉਪਦੇਸ਼ ਗੁਰੂ ਘਰ ਦੇ ਵਿੱਚ ਵਿਚਾਰਿਆ ਜਾਂਦਾ ਹੈ, ਸੁਣਿਆ ਜਾਂਦਾ ਹੈ। ਕੋਈ ਮੰਨੇ ਉਸ ਦਾ ਭਲਾ ਹੋ ਜਾਏ, ਨਾ ਮੰਨੇ ਰੱਬ ਰਾਖਾ। ਪਰ ਔਗਣ ਵੇਖ ਕੇ ਉਹਦੀ ਨਿੰਦਿਆ ਸ਼ੁਰੂ ਕਰਦੇ ਨਹੀਂ। ਇਹ ਗੰਦਗੀ ਫਰੋਲਣ ਦੀ ਤਰ੍ਹਾਂ, ਬਦਬੂ ਲੈਣ ਦੀ ਤਰ੍ਹਾਂ ਹੈ। ਨਿੰਦਿਆ ਕਰਨ ਵਾਲਾ ਪੁਰਸ਼ ਖਾਸ ਕਰਕੇ ਜਿਹੜਾ ਆਪ ਦਾ ਕੰਮ ਛੱਡ ਕੇ ਸੇਵਾ ਛੱਡੀ, ਭਗਤੀ ਛੱਡੀ, ਆਪਣਾ ਕੰਮ ਛੱਡਿਆ ਤੇ ਬੁਰਾ ਹੀ ਕਹੀ ਗਿਆ, ਉਸ ਦਾ ਆਪਣਾ ਮਨ ਫਿੱਕਾ ਹੋਏਗਾ, ਬੇਰਸੀ ਹੋਏਗੀ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਟੀਐ, ਫਿੱਕੋ ਫਿੱਕਾ ਸਦੀਐ। ਮੋਹਿ ਤੁਖਾ ਫਿੱਕੇ ਪਾਏ, ਫਿੱਕਾ ਦਰਗਹਿ ਸੁਟੀਐ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਦੀਐ, ਫਿੱਕੇ ਫਿੱਕੀ ਸੋਏ। ਫਿੱਕਾ ਦਰਗਹਿ ਛੱਡੀਐ, ਮੋਹਿ ਤੁਖਾ ਫਿੱਕੇ ਪਾਏ। ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜਾਏ। ਇੱਕ ਫਿੱਕਾ ਨਾਂਗਾ ਲਾਏ, ਸਭਨਾ ਮੈਂ ਸੱਚਾ ਧਨੀ। ਹਿਆਉ ਨਾ ਕਹਿ ਠਾਹੇ, ਮਾਨਕ ਸਭ ਅਮੋਲ ਵੇ। ਸੋ ਗੁਰੂ ਮਹਾਰਾਜ ਦਾ ਉਪਦੇਸ਼ ਹੈ ਕਿ ਆਦਿ ਪੁਰਖ ਨਿੰਦਕ ਭੁਲਾਇਆ। ਜਿਹਦੇ ਵਿੱਚ ਨਿੰਦਿਆ ਦਾ ਔਗਣ ਹੈ, ਸਮਝ ਲਓ ਕਿ ਆਦਿ ਪੁਰਖ ਪਰਮਾਤਮਾ ਨੇ ਉਹਦਾ ਬੇੜਾ ਬੰਨੇ ਨਹੀਂ ਲੱਗਣ ਦੇਣਾ। ਪਿਛਲੇ ਮਾੜੇ ਕਰਮਾਂ ਕਰਕੇ ਉਹਨੂੰ ਭੁਲਾਇਆ ਹੋਇਆ ਆਪਣੇ ਸਰੂਪ ਵੱਲੋਂ। ਨਾਨਕ ਕਿਰਤ ਨਾ ਜਾਏ ਮਿਟਾਇਆ। ਉਹਦਾ ਜਿਹੜਾ ਕੀਤਾ ਕਰਮਾਂ ਦਾ ਫਲ ਹੈ ਉਹ ਦੇਣ ਲਈ ਮਹਾਰਾਜ ਨੇ ਆਪ ਭੁਲਾਇਆ ਹੋਇਆ ਹੈ। ਉਹ ਨਿੰਦਕ ਪੁਰਖ ਦਾ ਕਰਮ ਕਿਸੇ ਪ੍ਰਕਾਰ ਮੇਟਿਆ ਨਹੀਂ ਜਾ ਸਕਦਾ। ਇਸ ਲਈ ਨਿੰਦਾ ਭਲੀ ਕਿਸੇ ਕੀ ਨਾਹੀ। ਮਨਮੁਖ ਮੁਗਧ ਕਰਨ, ਮੋਹ ਕਾਲੇ ਤੇ ਨਿੰਦਕਾਂ, ਨਰਕੇ ਘੋਰ ਪਵਨ। ਇਹ ਮੈਂ ਬੇਨਤੀ ਤਾਂ ਕਰ ਰਹੀ ਹਾਂ ਵੀ ਅੱਜ ਕੱਲ੍ਹ ਫੇਸਬੁੱਕ ਤੇ WhatsApp ਨੇ ਦੁਨੀਆ ਕਮਲੀ ਕੀਤੀ ਹੋਈ ਹੈ। ਕਿਸੇ ਘਰ ਚਲੇ ਜਾਓ, ਕਿਸੇ ਰਾਹ ਖੜੇ, ਕਿਤੇ ਪਹਿਰੇਦਾਰ ਬੈਠਾ ਵੇਖ ਲਓ। ਇੱਥੋਂ ਤੱਕ ਗੁਰੂ ਘਰ ਦੇ ਸੇਵਾਦਾਰ ਵੀ ਉਹ ਬਸ ਮੋਬਾਇਲ ਕੱਢਿਆ ਹੋਊਗਾ, ਆਪਦੇ ਮੌਜ ਦੇ ਵਿੱਚ ਉਂਗਲਾਂ ਜਿਹੀਆਂ ਮਾਰੀ ਜਾਣਗੇ। ਕੀ ਚੱਲਦਾ ਹੈ? ਝੂਠ ਚੱਲਦਾ ਹੈ, ਨਿੰਦਿਆ ਚੱਲਦੀ ਹੈ। ਮੈਂ ਤੁਹਾਡੇ ਅੱਗੋਂ ਨਿਜ਼ਾਰ ਕਰੀ ਜਾਣੇ ਨੇ, ਤੁਸੀਂ ਮੇਰੇ ਕਰੀ ਜਾਣੇ ਨੇ। ਫੋਟੋਆਂ ਪਾ ਪਾ ਕੇ ਕਮੈਂਟ ਲਈ ਜਾਓ, ਲਾਈਕ ਸ਼ੇਅਰ ਇਸ ਤਰ੍ਹਾਂ ਬੋਲੀ ਜਾਂਦੇ ਨੇ। ਬਸ ਵੇਖਣ ਵਾਲਾ ਵੇਖੀ ਜਾਂਦਾ, ਦਿਨ ਵੀ ਰਾਤ ਵੀ। ਜਿਹੜੇ ਸਾਇੰਸ ਦੇ ਸਾਧਨ ਨੇ ਉਹ ਮਾੜੇ ਨਹੀਂ ਹਨ। ਹੁਣ ਗੁਰੂ ਘਰ ਵੀ ਵਰਤੇ ਜਾ ਰਹੇ ਨੇ, ਸਾਡੇ ਪਾਸ ਵੀ ਮੌਜੂਦ ਹਨ। ਗੱਲ ਤਾਂ ਵਰਤਣ ਦੀ ਆ, ਤਰੀਕੇ ਦੀ ਹੈ। ਫੋਨ ਕਰਨਾ ਤੇ ਸੁਣਨਾ, ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਸਾਇੰਸ ਨੇ ਕਾਢ ਕੱਢੀ। ਕਿਸੇ ਨੂੰ ਕੋਈ ਜ਼ਰੂਰੀ ਸੁਨੇਹਾ ਦੇਣਾ ਚਿੱਠੀ ਪੱਤਰ ਦੀ ਬਜਾਏ, ਪਰ ਅਸੀਂ ਨਿੰਦਿਆ ਤੇ ਚੁਗਲੀ ਸ਼ੁਰੂ ਕਰ ਦਿੱਤੀ। ਬਲਕਿ ਗੁਰੂ ਘਰ ਦੇ ਗੁਰੂ ਦੇ ਇਤਿਹਾਸ ਵਿਰੁੱਧ ਬੋਲਣ ਲੱਗਿਆ ਵੀ ਗੁਰੇਜ਼ ਨਹੀਂ ਲਾਉਂਦੇ ਕਰਦੇ। ਸਾਧੂ ਸੰਤਾਂ ਮਹਾਤਮਾ ਦੀ ਨਿੰਦਿਆ, ਚੰਗੇ ਬੰਦੇ ਨੂੰ ਵੀ ਮਾੜਾ ਬੋਲੀ ਜਾਣਾ। ਕਾਹਦੇ ਲਈ? ਆਪਦੇ ਮਨ ਦੇ ਮਾਣ ਵਾਸਤੇ, ਹਉਮੈ ਨੂੰ ਪੱਠੇ ਪਾਉਣ ਲਈ ਕਿ ਅਸੀਂ ਚੰਗੇ ਬਣ ਜਾਈਏ। ਗ੍ਰੰਥਾਂ ਦੇ ਵਿੱਚ ਨਿੰਦਿਆ ਬਾਬਤ ਇੱਕ ਅਜੈ ਰਾਜੇ ਦਾ ਜ਼ਿਕਰ ਆਉਂਦਾ ਹੈ। ਅਜੈ ਸੋ ਰੋਵੈ ਭੀਖਿਆ ਖਾਏ। ਮਹਾਰਾਜ ਨੇ ਵੀ ਬਾਣੀ ਵਿੱਚ ਲਿਖਿਆ ਹੋਇਆ ਕਿ ਰਾਜਾ ਅਜੈ ਭਿਖਿਆ ਖਾਂਦਾ ਹੋਇਆ ਰੋਂਦਾ ਸੀਗਾ। ਐਸੀ ਦਰਗਾਹ ਮਿਲੇ ਸਜਾਏ, ਇਹੋ ਜਿਹੀ ਦਰਗਾਹ ਦੇ ਵਿੱਚ ਸਜ਼ਾ ਮਿਲਦੀ ਹੈ ਔਗਣਾਂ ਦੇ ਨਾਲ। ਉਹਨੇ ਥੋੜਾ ਜਿਹਾ ਗੁੱਸਾ ਕੀਤਾ ਸੀਗਾ,
ਤੇ ਇਹਨਾਂ ਇਨਸਾਨਾਂ ਨੂੰ ਭੋਗਣਾ ਪਿਆ। ਦਿੱਤਾ ਹੋਇਆ ਦਾਨ ਜਿੰਨਾ ਦਿੱਤਾ ਸੀ ਉਹਨਾਂ ਚੂਰਨ ਬਣਾ ਕੇ ਲਿੱਧ ਨੂੰ ਸੁਕਾ ਕੇ ਖਾਣਾ ਪਿਆ। ਫਿਰ ਖਾਂਦਾ ਰੋਂਦਾ ਸੀਗਾ, ਆਪਦੇ ਕਰਮਾਂ ਨੂੰ ਕੋਸਦਾ ਸੀ ਕਿ ਮਨਾ ਇਹ ਮੈਂ ਔਗਣ ਕਿਉਂ ਕੀਤਾ। ਹੋਇਆ ਇੰਜ, ਇਹ ਜਿਹੜਾ ਅੱਜ ਰਾਜਾ ਹੈ ਇਹ ਕੋਈ ਆਮ ਨਹੀਂ ਸੀ, ਸੂਰਜਵੰਸ਼ੀ ਰਾਜਾ ਹੋਇਆ ਜੋ ਬਹੁਤ ਹੀ ਧਰਮੀ ਸੀ। ਇਹ ਰਾਜੇ ਦਸ਼ਰਥ ਦਾ ਪਿਤਾ ਸੀ, ਪਿਤਾ ਤੇ ਰਾਮਚੰਦਰ ਦਾ ਦਾਦਾ ਸੀਗਾ, ਭਗਵਾਨ ਰਾਮ ਦਾ ਦਾਦਾ ਸੀਗਾ। ਇਹ ਹਰ ਰੋਜ਼ ਬ੍ਰਹਮ ਮੁਹੂਰਤ ਵਿੱਚ ਉੱਠ ਕੇ ਇਸ਼ਨਾਨ ਪੂਜਾ ਦੇ ਕਰਮ ਕਰਦਾ ਤੇ ਫਿਰ ਸੂਰਜ ਦੇ ਦਰਸ਼ਨ ਕਰਕੇ ਦਾਨ ਦੇਣਾ ਸ਼ੁਰੂ ਕਰ ਦਿੰਦਾ ਸੀ। ਇਹ ਸਵਾ ਪੈਰ ਤੱਕ ਦਾਨ ਕਰਦਾ ਤੇ ਫਿਰ ਘੋੜਿਆਂ ਦੀ ਤਬੇਲੇ ਵਿੱਚ ਜਾ ਕੇ ਖਬਰਸਾਰ ਲੈਂਦਾ ਹੁੰਦਾ ਸੀ। ਉਸ ਤੋਂ ਬਾਅਦ ਮਹਿਲਾਂ ਵਿੱਚ ਵਾਪਸ ਆ ਕੇ ਅੰਨ ਪਾਣੀ ਗ੍ਰਹਿਣ ਕਰਦਾ। ਇਸ ਉਪਰੰਤ ਰਾਜ ਭਾਗ ਦੇ ਕੰਮ ਕਾਰ ਸੰਭਾਲਦਾ। ਰੱਬ ਦੀ ਕੁਦਰਤ, ਇੱਕ ਦਿਨ ਇੱਕ ਫਕੀਰ ਆਇਆ। ਬੰਦੇ ਦੇ ਦਿਨ ਮਾੜੇ ਆ ਜਾਣ ਤਾਂ ਬਦੋ ਬਦੀ ਉਹ ਗਲਤੀ ਕਰਦਾ ਹੈ। ਉਹ ਜਿਹੜਾ ਫਕੀਰ ਸੀ ਉਹਦੇ ਤਨ ਦਾ ਉੱਪਰਲਾ ਬਸਤਰ ਮਸਤਾਨਾ ਹੋ ਚੁੱਕਾ ਸੀ। ਉਹ ਫਕੀਰ ਕੁਝ ਦੇਰੀ ਨਾਲ ਆਇਆ, ਦਾਨ ਦੇਣ ਦਾ ਟਾਈਮ ਲੰਘ ਗਿਆ। ਉਦੋਂ ਰਾਜਾ ਦਾਨ ਦੇਣ ਤੋਂ ਵਿਹਲਾ ਹੋ ਕੇ ਘੋੜਿਆਂ ਦੇ ਤਬੇਲੇ ਵਿੱਚ ਜਾ ਚੁੱਕਾ ਸੀ। ਉਹ ਫਕੀਰ ਮਗਰੇ ਹੀ ਉੱਥੇ ਚਲਾ ਗਿਆ ਤੇ ਰਾਜੇ ਕੋਲੋਂ ਤਨ ਢੱਕਣ ਲਈ ਬਸਤਰ ਦੀ ਮੰਗ ਕੀਤੀ, ਬਲਕਿ ਲਾਲਚ ਨਹੀਂ ਕੀਤਾ। ਜਿਹੜੀ ਜ਼ਰੂਰਤ ਸੀ ਉਹੀ ਡਿਮਾਂਡ ਰੱਖੀ। ਰਾਜੇ ਨੇ ਕਿਹਾ ਕਿ ਸੰਤ ਜੀ, ਅੱਜ ਤਾਂ ਦਾਨ ਦੇਣ ਦਾ ਸਮਾਂ ਗਿਆ ਲੰਘ, ਤੁਸੀਂ ਕੱਲ ਨੂੰ ਆ ਕੇ ਸਮੇਂ ਸਿਰ ਦਰਸ਼ਨ ਦੇਣਾ। ਫਕੀਰ ਨੇ ਕਿਹਾ ਕਿ ਅਸੀਂ ਇੱਕੋ ਵਾਰੀ ਮੰਗਦੇ ਹੁੰਦੇ ਹਾਂ, ਕੱਲ ਕਿਸ ਨੇ ਵੇਖਿਆ, ਜੋ ਦੇਣਾ ਸੋ ਅੱਜ ਹੀ ਦੇ ਦੇਵੋ। ਇਹ ਗੱਲ ਸੁਣ ਕੇ ਰਾਜਾ ਕੁਝ ਗੁੱਸਾ ਕਰ ਗਿਆ। ਕੋਈ ਬਹੁਤੀ ਵੱਡੀ ਖਾਸ ਗੱਲ ਨਹੀਂ ਸੀ। ਗੁੱਸੇ ਵਿੱਚ ਉਹਨੇ ਘੋੜਿਆਂ ਦੀ ਲਿੱਦ ਬੁੱਕ ਭਰ ਕੇ ਕਿਹਾ ਕਿ ਅੱਜ ਤਾਂ ਫਿਰ ਇਹੀ ਮਿਲ ਸਕਦੀ ਹੈ। ਉਹ ਵੀ ਅੱਗੇ ਕਮਲਾ, ਚੁੱਪ ਕੀਤੀ ਰੱਖੀ ਉਹਨੇ, ਬੋਲਿਆ ਕੁਛ ਨਹੀਂ, ਝੋਲੀ ਅੱਡ ਲਈ। ਕਹਿੰਦਾ ਲਿਆਓ ਜੀ। ਵੈਸੇ ਇਹ ਫਕੀਰਾਂ ਦੀ ਮਰਜ਼ਾਦਾ ਵੀ ਇਹੀ ਹੈ ਕਿ ਜੋ ਕੁਛ ਦਏ ਉਹਨੂੰ ਲੈ ਲਏ। ਇੱਕ ਗੁਰੂ ਦੇ ਸਿੱਖ ਨੇ ਲੜਾਈ ਕਰਦੀ ਸਿੱਖਣੀ ਦੇ ਕੋਲੋਂ ਜਿਹੜਾ ਝਾੜੂ ਨਾਲ ਕੂੜਾ ਇਕੱਠਾ ਕੀਤਾ ਸੀ, ਉਹਨੇ ਗੁੱਸੇ 'ਚ ਆ ਕੇ ਆਖਿਆ ਵੀ ਆਹ ਲੈ ਇਹੀ ਹੈ, ਤੇਰੇ ਮੱਥੇ ਮਾਰਾਂ ਮੈਂ। ਉਹਨੇ ਉਹੀ ਝੋਲੀ 'ਚ ਪਵਾ ਲਿਆ ਸੀ। ਫਿਰ ਕੂੜੇ ਦੇ ਵਿੱਚੋਂ ਬੇਰ ਦੀ ਗੜਕ ਵੇਖ ਕੇ ਉਹਨੇ ਆਪਦੇ ਵਿਹੜੇ ਵਿੱਚ ਵੇਚ ਦਿੱਤੀ ਤੇ ਉੱਥੋਂ ਬੇਰੀ ਪੈਦਾ ਹੋਈ। ਜਦ ਗੁਰੂ ਸਾਹਿਬ ਨੇ ਚਰਨ ਪਾਏ ਤੇ ਮਹਾਰਾਜ ਕਹਿੰਦੇ ਕੋਈ ਭੇਟਾ ਰਹਿ ਤਾਂ ਨਹੀਂ ਗਈ? ਕਹਿੰਦਾ ਜੀ ਸਭ ਦੇ ਦਿੱਤੀਆਂ ਮਾਰੇ। ਕਹਿੰਦੇ ਨਹੀਂ, ਚੇਤਾ ਕਰ, ਸੰਗਤ ਨੇ ਦਸਵੰਧ ਦੀ ਮਾਇਆ ਦਿੱਤੀ ਹੋਵੇ ਜਾਂ ਕੋਈ ਭੇਟਾ ਦਿੱਤੀ ਹੋਵੇ ਗੁਰਦੁਆਰੇ ਚੜਾਉਣ ਲਈ, ਉਹ ਆਪਦੇ ਕੋਲ ਰੱਖਣੀ ਪਾਪ ਹੁੰਦੀ ਹੈ। ਜੋ ਗੁਰਦੁਆਰੇ ਲਈ ਦਿੱਤੀ ਉਹ ਗੁਰਦੁਆਰੇ ਚੜਾਉਣੀ ਚਾਹੀਦੀ ਹੈ। ਕਹਿੰਦਾ ਮਹਾਰਾਜ ਵੀ ਮੈਂ ਤਾਂ ਸਭ ਕੁਝ ਦੇ ਦਿੱਤਾ। ਕਹਿੰਦੇ ਨਹੀਂ, ਇੱਕ ਚੀਜ਼ ਰਹਿ ਗਈ। ਕਹਿੰਦੇ ਹਾਂ। ਆ ਮਹਾਰਾਜ, ਇਸ ਬੇਰੀ ਹੇਠ ਆਪਨੇ ਦੀਵਾਨ ਲਾਇਆ ਹੈ, ਇਹ ਬੇਰੀ ਆਪਦੀ ਹੈ। ਮਹਾਰਾਜ ਕਹਿੰਦੇ ਲਿਆ ਫਿਰ ਸੰਗਤ ਨੂੰ ਛਕਾ। ਉਹਨੇ ਬੇਰ ਤੋੜ ਕੇ ਧੋ ਕੇ ਗੁਰੂ ਜੀ ਦੇ ਚਰਨਾਂ 'ਚ ਭੇਟਾ ਕੀਤੇ ਤੇ ਅਰਦਾਸੀ ਨੇ ਅਰਦਾਸ ਦੇ ਵਿੱਚ ਉਹ ਬੀਬੀ ਦਾ ਨਾਮ ਲਿਆ। ਸਿੱਖ ਨੇ ਦੱਸਿਆ ਵੀ ਫਲਾਣੀ ਬੀਬੀ ਨੇ ਇਹ ਭੇਟਾ ਕੀਤੀ ਸੀ, ਉੱਥੇ ਬੈਠੀ ਸੁਣ ਰਹੀ ਸੀ। ਜਦ ਉਹਨੇ ਅਰਦਾਸ 'ਚ ਆਪਣਾ ਨਾਮ ਸੁਣਿਆ ਉਹ ਤਾਂ ਹੈਰਾਨ ਪਰੇਸ਼ਾਨ ਮੁੜਕੋ ਮੁੜਕ ਹੋ ਗਈ, ਉਹਨੂੰ ਪਤਾ ਨਾ ਲੱਗੇ। ਫਿਰ ਯਾਦ ਆਇਆ, ਸਿੱਖ ਨੇ ਦੱਸਿਆ। ਮਹਾਰਾਜ ਕਹਿੰਦੇ ਸਾਰਿਆਂ ਨੂੰ ਦੱਸੋ। ਜਦ ਉਹਨੇ ਦੱਸਿਆ ਤੇ ਉਹਨੇ ਉੱਠ ਕੇ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋ ਕੇ ਹੱਥ ਜੋੜ ਕੇ ਮਾਫੀ ਮੰਗੀ ਕਿ ਗੁੱਸੇ ਵਿੱਚ ਆ ਕੇ ਕੂੜਾ ਦੇ ਦਿੱਤਾ ਸੀਗਾ। ਸਿੱਖ ਨੇ ਆਪਦਾ ਫਰਜ਼ ਪਹਿਚਾਣਦਿਆਂ ਹੋਇਆਂ ਕੋਈ ਬੁਰਾ ਭਲਾ ਨਹੀਂ ਆਖਿਆ, ਉਹਦੇ ਵਿੱਚੋਂ ਵੀ ਗੜਕ ਲੱਭ ਕੇ ਤੇ ਉਹ ਗੁਰੂ ਜੀ ਦੀ ਭੇਟਾ ਵਾਸਤੇ ਧਰਤੀ ਵਿੱਚ ਬੋ ਦਿੱਤੀ। ਵੇਖੋ ਕਿੰਨੀ ਸੋਹਣੀ ਬੇਰ ਦੀ ਭੇਟਾ, ਉਹਦੇ ਨਾਮ ਦੀ ਅਰਦਾਸ ਹੋਈ।
ਇਉਂ ਜਿਹੜੇ ਰੱਬ ਦੇ ਬੰਦੇ ਨੇ ਉਹ ਕਿਸੇ ਨੂੰ ਸ਼ਰਾਪ ਨਹੀਂ ਦਿੰਦੇ, ਸਰਬੱਤ ਦਾ ਭਲਾ ਲੋਚਦੇ ਨੇ। ਕੋਈ ਬੁਰਾ ਭਲਾ ਵੀ ਕਹੇ, ਕੁਛ ਗਲਤ ਵੀ ਕਰੇ, ਪਰ ਉਹ ਭਲਾ ਕਰਦੇ ਨੇ। ਉਹ ਫਕੀਰ ਨੇ ਆਪ ਦਾ ਧਰਮ ਜਾਣ ਕੇ ਕੁਛ ਵੀ ਬੋਲਣ ਤੋਂ ਗੁਰੇਜ਼ ਕੀਤਾ। ਝੋਲੀ ਅੱਡ ਕੇ ਆਪਦੀ ਝੋਲੀ ਵਿੱਚ ਉਹ ਲਿਦ ਪਵਾ ਲਈ ਤੇ ਬਚਨ ਕਰ ਦਿੱਤਾ ਕਿ ਹੇ ਰਾਜਨ, ਤੇਰਾ ਦਿੱਤਾ ਹੋਇਆ ਦਾਨ 10 ਗੁਣਾ ਹਰ ਰੋਜ਼ ਵਧੇ ਫੁੱਲੇ। ਉਸ ਫਕੀਰ ਨੇ ਵਾਪਸ ਆਪਣੀ ਗੁੱਡੀਆ ਚਾ ਕੇ ਉਹ ਲਿਦ ਗੁੱਡੀਆ ਦੇ ਬਾਹਰ ਰੱਖ ਦਿੱਤੀ। ਹਰ ਰੋਜ਼ 10 ਗੁਣਾ ਵਧਣ ਕਰਕੇ ਕੁਝ ਸਮੇਂ ਜੀ ਲਿਦ ਦਾ ਢੇਰ ਲੱਗ ਗਿਆ, ਚੰਗੀ ਤਗੜੀ ਰੂੜੀ ਬਣ ਗਈ। ਇੱਕ ਦਿਨ ਰਾਜਾ ਅਜੈ ਸ਼ਿਕਾਰ ਖੇਡਦਾ ਹੋਇਆ ਉਸ ਫਕੀਰ ਦੀ ਕੁਟੀਆ ਪਾਸ ਆਇਆ ਤੇ ਲਿਦ ਦਾ ਢੇਰ ਲੱਗਾ ਵੇਖ ਕੇ ਹੈਰਾਨ ਹੋਇਆ ਕਿ ਇੱਥੇ ਕੋਈ ਘੋੜਾ ਤਾਂ ਦਿਸਦਾ ਨਹੀਂ, ਫਿਰ ਲਿਦ ਦਾ ਢੇਰ ਕਿਵੇਂ ਲੱਗਾ ਹੋਇਆ। ਕੁਟੀਆ ਅੰਦਰ ਜਾ ਕੇ ਫਕੀਰ ਨੂੰ ਪੁੱਛਿਆ ਤਾਂ ਫਕੀਰ ਨੇ ਦੱਸਿਆ ਕਿ ਇਹ ਰਾਜੇ ਅੱਜ ਦਾ ਦਿੱਤਾ ਹੋਇਆ ਦਾਨ ਫਲੀਭੂਤ ਹੋ ਰਿਹਾ। ਜਿਤਨਾ ਚਿਰ ਤੱਕ ਉਹ ਲਿਦ ਖਾਏਗਾ ਨਹੀਂ, ਉਤਨੀ ਦੇਰ ਤੱਕ ਇਹ ਦਾਨ ਹਰ ਰੋਜ਼ 10 ਗੁਣਾ ਵੱਧਦਾ ਹੀ ਜਾਵੇਗਾ। ਕਹਿਣ ਲੱਗਾ ਵੀ ਅਜੈ ਰਾਜਾ ਤਾਂ ਮੈਂ ਹੀ ਆ। ਆਪਣੀ ਕਰਨੀ ਤੇ ਬੜਾ ਪਛਤਾਵਾ ਹੋਇਆ। ਉਸ ਫਕੀਰ ਦੇ ਚਰਨੀ ਡਹਿ ਪਿਆ ਕਿ ਮਹਾਰਾਜ, ਅਜੈ ਰਾਜਾ ਤਾਂ ਮੈਂ ਹੀ ਆ, ਇਹ ਗਲਤੀ ਤਾਂ ਮੇਰੇ ਕੋਲੋਂ ਹੀ ਹੋਈ ਆ। ਮੈਂ ਆਪ ਜੀ ਦੀ ਪੂਰਨਤਾ ਸਮਝ ਨਹੀਂ ਸਕਿਆ। ਇਸੇ ਕਹਿੰਦੇ ਹੋਏ ਉਹਨੇ ਬੇਨਤੀ ਕੀਤੀ ਕਿ ਇਸ ਦਾ ਕੋਈ ਉਪਾਅ ਦੱਸੋ, ਇਹ ਮੈਨੂੰ ਖਾਣੀ ਨਾ ਪਵੇ। ਉਸ ਫਕੀਰ ਨੇ ਕਿਹਾ, ਹੀ ਰਾਜਨ, ਜੋ ਵੀ ਕਿਸੇ ਦੀ ਨਿੰਦਿਆ ਕਰਦਾ ਹੈ ਉਹ ਮਲ ਭਖ ਮਾਇਆ ਧਾਰੀ, ਗੰਦਗੀ ਖਾਂਦਾ ਕਿਸੇ ਦੀ। ਇਸ ਲਈ ਕਿਸੇ ਪ੍ਰਕਾਰ ਆਪਣੀ ਨਿੰਦਿਆ ਕਰਵਾਓ। ਜਿਤਨੇ ਲੋਕ ਤੇਰੀ ਨਿੰਦਿਆ ਕਰਨਗੇ ਉਤਨੀ ਜਲਦੀ ਇਹ ਖਤਮ ਹੋਵੇਗੀ। ਰਾਜੇ ਨੇ ਘਰ ਜਾ ਕੇ ਨਿੰਦਿਆ ਕਰਾਉਣ ਲਈ ਵਿਉਂਤ ਬਣਾਈ। ਝੂਠ ਮੂਠ ਦਾ ਸ਼ਰਾਬੀ ਹੋ ਕੇ ਦਿਖਾਵਾ ਕਰਨ ਲੱਗਾ। ਰਾਜ ਦਰਬਾਰ 'ਚ ਬੈਠਾ ਸ਼ਰਾਬ ਵਾਲੀ ਸੁਰਾਹੀ ਵਿੱਚ ਗੰਗਾ ਜਲ ਪੀਆ ਕਰੇ, ਮਸਤਾਨੀਆਂ ਗੱਲਾਂ ਮਾਰਨ ਲੱਗ ਪਵੇ। ਲੋਕ ਸਮਝਣ ਲੱਗੇ ਕਿ ਰਾਜਾ ਸ਼ਰਾਬ ਪੀਣ ਲੱਗ ਪਿਆ। ਰਾਜੇ ਦੀ ਲੋਕ ਨਿੰਦਿਆ ਕਰਨ ਲੱਗ ਪਏ। ਇੱਕ ਦਿਨ ਰਾਜੇ ਨੇ ਗੋਲੀ ਨੂੰ ਸਿਖਾਲ ਦਿੱਤਾ ਕਿ ਤੂੰ ਮੇਰੀ ਧੀਆਂ ਵਰਗੀ ਲੱਗਦੀ ਹੈ, ਪਰ ਮੈਂ ਲੋਕਾਂ 'ਚ ਆਪਣੀ ਨਿੰਦਿਆ ਕਰਾਉਣ ਲਈ ਸਭਾ ਵਿੱਚ ਤੇਰੀ ਬਾਹਾਂ ਪਕੜਾਂਗਾ। ਰਾਜੇ ਨੇ ਫਿਰ ਇੰਝ ਹੀ ਕੀਤਾ। ਬਸ ਫਿਰ ਕੀ ਸੀ, ਸਾਰੇ ਸ਼ਹਿਰ ਦੇ ਲੋਕਾਂ ਨੇ ਰਾਜੇ ਦੀ ਨਿੰਦਿਆ ਕੀਤੀ ਕਿ ਰਾਜਾ ਅੱਜ ਬਹੁਤ ਹੀ ਡਿੱਗ ਚੁੱਕਾ ਹੈ, ਇਸ ਨੇ ਸੂਰਜਵੰਸ਼ੀ ਕੁਲ ਨੂੰ ਕਲੰਕਿਤ ਕਰ ਦਿੱਤਾ ਹੈ। ਇਉਂ ਨਿੰਦਿਆ ਦੇ ਕਾਰਨ ਉਹ ਲਿਦ ਘਟ ਗਈ ਤੇ ਦਿੱਤਾ ਹੋਇਆ ਮੂਲ ਦਾਨ ਓਨਾ ਹੀ ਬਾਕੀ ਰਹਿ ਗਿਆ ਮੁੱਠ ਕੇ। ਫਿਰ ਰਾਜੇ ਨੇ ਫਕੀਰ ਪਾਸ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ, ਇਹ ਕਿਵੇਂ ਖਤਮ ਹੋਵੇਗੀ। ਫਕੀਰ ਨੇ ਕਿਹਾ ਕਿ ਰਾਜਨ, ਇਹ ਤੇਰਾ ਮੂਲ ਦਾਨ ਹੈ। ਜੇਕਰ ਕੋਈ ਪੂਰਨ ਮਹਾਤਮਾ ਬ੍ਰਹਮ ਗਿਆਨੀ ਜੇ ਤੇਰੀ ਨਿੰਦਿਆ ਕਰੇ ਤਾਂ ਇਹ ਖਤਮ ਹੋਵੇਗੀ। ਤਦੋਂ ਰਾਜੇ ਅੱਜ ਨੇ ਆਪਣਾ ਭੇਸ ਬਦਲ ਲਿਆ ਅਤੇ ਵਸ਼ਿਸ਼ਟ ਮੁਨੀ ਕੋਲ ਚਲਾ ਗਿਆ। ਵਸ਼ਿਸ਼ਟ ਜੀ ਦੀ ਮੁੱਠੀ ਚਾਪੀ ਕਰਨ ਲੱਗਾ ਤੇ ਨਾਲ ਕਹੀ ਜਾਵੇ ਕਿ ਮਹਾਰਾਜ, ਆਪਣੇ ਨਗਰ ਦਾ ਰਾਜਾ ਤੁਹਾਨੂੰ ਪਤਾ ਲੱਗਾ ਕਿ ਕਿਹੜੀਆਂ ਕਰਤੂਤਾਂ ਕਰਦਾ। ਫਿਰ ਉਹ ਵੀ ਰਾਜ ਦਰਬਾਰ 'ਚ ਬੈਠ ਕੇ ਲੋਕਾਂ ਦੇ ਸਾਹਮਣੇ ਬੜਾ ਹੀ ਗਿਰ ਚੁੱਕਾ। ਉਸਨੇ ਆਪਣੇ ਕੁਲ ਨੂੰ ਕਲੰਕਿਤ ਕਰ ਦਿੱਤਾ ਹੈ। ਅੱਗੋਂ ਵਸ਼ਿਸ਼ਟ ਜੀ ਹੱਸ ਪਏ ਤੇ ਕਹਿਣ ਲੱਗੇ ਕਿ ਮੈਨੂੰ ਤੂੰ ਬੁੱਧੂ ਬਣਾਉਣ ਆਇਆ ਹੋਏ, ਮੈਂ ਨਿਆਣਾ ਥੋੜੋ। ਬੱਚਿਆਂ ਨਾਲ ਝੂਠੀਆਂ ਮੂਠੀਆਂ ਗੱਲਾਂ ਕਰੀਦੀਆਂ ਨੇ, ਮੈਨੂੰ ਪਤਾ ਨਹੀਂ ਵੀ ਤੂੰ ਹੀ ਰਾਜਾ ਹੈ। ਹੇ ਰਾਜਨ, ਤੂੰ ਆਪਣਾ ਸਮਾਂ ਵਿਅਰਥ ਕਿਉਂ ਗਵਾਉਂਦਾ ਹੈ? ਮੈਂ ਕਿਉਂ ਭਲਾ ਨਿੰਦਿਆ ਕਰਾਂਗਾ ਤੇਰੀ? ਜਿਹੜੀ ਚੀਜ਼ ਅੱਖਾਂ ਨਾਲ ਵੇਖੀ ਨਹੀਂ, ਪਰਖੀ ਨਹੀਂ, ਸੁਣੀ ਸੁਣਾਈ ਗੱਲ ਨੂੰ ਪ੍ਰੋੜਤਾ ਕਰ ਦੇਣੀ ਹੈ ਕੋਈ ਚੰਗੀ ਗੱਲ ਨਹੀਂ, ਮੂਰਖਤਾ ਹੈ। ਤੇਰਾ ਮਤਲਬ ਕੀ ਹੈ ਵੀ ਮੈਂ ਤੇਰੀ ਨਿੰਦਿਆ ਕਰੂੰਗਾ? ਤੂੰ ਹੀ ਰਾਜਾ ਅਜੇ ਹੈ ਤੇ ਤੂੰ ਲੋਕਾਂ ਨੂੰ ਬੁੱਧੂ ਬਣਾ ਰਿਹਾ ਹੈ। ਉਹ ਬਚੀ ਹੋਈ ਲਿੱਦ ਤੈਨੂੰ ਹੀ ਖਾ ਕੇ ਖਤਮ ਕਰਨੀ ਪਊ। ਮੈਂ ਤੇਰੀ ਲਿੱਦ ਕਿਉਂ ਖਾਵਾਂ? ਹੋਏ ਜਾ, ਦੌੜ ਜਾ।
ਬੰਦਾ ਬਣ ਕੇ ਉਹਨੂੰ ਖਾਲਾ, ਨਹੀਂ ਤਾਂ ਫੇਰ ਵਧਣ ਲੱਗ ਪਊਗੀ। ਰਾਜੇ ਨੇ ਰਿਸ਼ੀ ਦੇ ਚਰਨ ਫੜੇ ਤੇ ਉਪਾਅ ਪੁੱਛਣ ਲੱਗਾ। ਰਿਸ਼ੀ ਨੇ ਕਿਹਾ ਕਿ ਇਸ ਨੂੰ ਸੁਕਾ ਕੇ ਧੁੱਪ ਲਵਾ ਕੇ ਬਦਬੂ ਉੱਡ ਜਾਏਗੀ, ਫਿਰ ਕੱਪੜ ਛਾਣ ਕਰਕੇ ਤੇ ਉਹਨੂੰ ਕੁੱਟ ਲਈ ਚੰਗੀ ਤਰ੍ਹਾਂ ਬਰੀਕ ਕਰਕੇ, ਚੁਟਕੀ ਚੁਟਕੀ ਕਰਕੇ ਖਾ ਲਈ, ਵਿੱਚ ਲੂਣ ਲਾਣ ਪਾ ਕੇ। ਇਹੀ ਹੱਲ ਹੈ। ਰਾਜਾ ਅੱਜ ਉਹ ਲਿੱਦ ਭੋਜਨ ਦੇ ਨਾਲ ਥੋੜੀ ਥੋੜੀ ਕਰਕੇ ਖਾਇਆ ਕਰੇ ਤੇ ਨਾਲ ਵਿਚਾਰਾ ਮੋਟੇ ਮੋਟੇ ਗਲੇਡੋ ਸੁੱਟ ਕੇ ਰੋਇਆ ਕਰੇ, ਆਪਦੇ ਕਰਮਾਂ ਨੂੰ ਕੋਸਦਾ। ਅੱਜ ਸੰਗਰਾਂਦ ਹੈ ਤੇ ਸੰਗਰਾਂਦ ਦੀ ਕਥਾ ਵੀ ਆਪਾਂ ਇੱਥੋਂ ਹੀ ਸ਼ੁਰੂ ਕਰਨੀ। ਕੱਤੇ ਕੇ ਕਰਮ ਕਮਾਵਣ, ਦੋਸ ਨਾ ਕਾਹੂ ਜੋ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕਰਮਾਂ ਦੀ ਗੱਲ ਮਹਾਰਾਜ ਨੇ ਕੀਤੀ ਹੈ ਕਿ ਜੋ ਕੱਤਕ ਵਿੱਚ ਕਰਮ ਕਮਾਏਗਾ ਉਹੀ ਭੋਗੇਗਾ, ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਸੋ ਇਸ ਲਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਰਾਮਕਲੀ ਦੀ ਪਹਿਲੀ ਵਾਰ ਚ ਬਚਨ ਹੈ ਕਿ ਅਜੈ ਸੁਰੋਵੈ ਭੀਖਿਆ ਖਾਏ। 953 ਅੰਗ ਤੇ ਜਿਹੜਾ ਮਹੱਲਾ ਪਹਿਲਾ ਹੈ, ਸਹੰਸਰ ਦਾਨ ਦੇ ਅੰਦਰ ਰੋਇਆ, ਪਰਸਰਾਮ ਰੋਵੇ ਘਰ ਹੈ, ਉਹਦੇ ਸਾਰੇ ਰੋਂਦੇ ਕਹੇ ਨੇ। ਜਿਹੜਾ ਮਾੜੇ ਕਰਮ ਕਰਦਾ ਹੈ ਜਾਂ ਕੁਦਰਤੀ ਉਹਦੇ ਕੋਲ ਹੋ ਜਾਂਦੇ ਨੇ, ਫਿਰ ਉਹਦਾ ਫਲ ਭੋਗਣ ਲੱਗਿਆ ਉਹਨੂੰ ਰੋਣਾ ਪੈਂਦਾ। ਉਹਨਾਂ 'ਚ ਇੱਕ ਅਜੈ ਰਾਜਾ ਵੀ ਹੈ। ਅਜੈ ਸੋ ਰੋਵੇ ਭੀਖਿਆ ਖਾਏ, ਲਿੱਦ ਦੀ ਭੀਖਿਆ ਖਾਂਦਾ ਰੋਂਦਾ। ਐਸੀ ਦਰਗਾਹ ਮਿਲੇ ਸਜਾਏ, ਰੱਬ ਦੀ ਦਰਗਾਹ 'ਚ ਇਹੋ ਜਿਹੀ ਸਜ਼ਾ ਮਿਲਦੀ ਹੈ। ਇੱਥੇ ਤਾਂ ਬੰਦਾ ਝੂਠ ਪਤਾਣ ਮਾਰ ਕੇ, ਵਕੀਲਾਂ ਨੂੰ ਪੈਸੇ ਚਾੜ ਕੇ, ਜੱਜ ਵੀ ਲੈ ਲੈਂਦੇ ਨੇ ਰਿਸ਼ਵਤ ਤੇ ਬਰੀ ਹੋ ਜਾਂਦਾ ਹੈ। ਅੱਜ ਕੋਈ ਗਲਤ ਕਰਮ ਕਰਦਾ, ਕੱਲ ਨੂੰ ਉਹਦੀ ਜ਼ਮਾਨਤ ਹੋ ਜਾਂਦੀ ਹੈ। ਪੈਸੇ ਦੀ ਖੇਡ, ਪਰ ਰੱਬ ਦੀ ਦਰਗਾਹ 'ਚ ਨਹੀਂ ਬੰਦਾ ਛੁੱਟ ਸਕਦਾ ਹੈ। ਸੋ ਉਸ ਰਾਜੇ ਨੇ ਜੋ ਲਿੱਦ ਦਾਨ ਕਰਨ ਦਾ ਹੁਕਮ ਕੀਤਾ, ਉਹ ਕਿਸੇ ਤੋਂ ਮਟਾਇਆ ਨਹੀਂ ਗਿਆ, ਸਗੋਂ ਉਹ ਦਾਨ ਉਹਨੂੰ ਆਪ ਹੀ ਖਾਣਾ ਪਿਆ। ਇਸ ਲਈ ਅੱਜ ਜੋ ਕੱਤਕ ਦਾ ਮਹੀਨਾ ਪ੍ਰਾਰੰਭ ਹੋਇਆ, ਉਹਦੇ ਵਿੱਚ ਇਹ ਉਪਦੇਸ਼ ਹੈ ਕਿ ਆਪਾਂ ਨੂੰ ਚੰਗੇ ਕਰਮ ਕਰਨੇ ਚਾਹੀਦੇ ਨੇ। ਸਭ ਤੋਂ ਚੰਗਾ ਕਰਮ ਕਿਹੜਾ ਹੈ? ਮਹਾਰਾਜ ਨੇ ਆਖਿਆ ਹੈ, ਸੇਵਾ ਕਰਤ ਹੋਏ ਨਿਹਕਾਮੀ। ਸੇਵਾ ਦਾ ਸਭ ਤੋਂ ਉੱਤਮ ਕਰਮ ਹੈ। ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਬੈਸਨ ਪਾਈਐ। ਕਰਮ ਕਰਤ ਹੋਵੇ ਨੇ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ। ਨਿਸ਼ਕਾਮਤਾ ਦੇ ਨਾਲ ਕਰਦਾ ਹੋਇਆ ਵੀ ਨੇਕਰਮੀ ਬਣੇ। ਆਪ ਦੀ ਆਪਣਤ ਨਾ ਰੱਖੇ, ਵਿੱਚ ਦੁਨੀਆ ਸੇਵ ਕਮਾਈਆ, ਤਾਂ ਦਰਗਹਿ ਬੈਸਨ ਪਾਈਆ, ਕਹੋ ਨਾਨਕ ਬਾਹ ਲੁੜਾਈਆ। ਤਾਂ ਦਰਗਾਹ ਦੇ ਵਿੱਚ ਬੈਠਣਾ ਮਿਲੇਗਾ। ਸੋ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਉੱਚੀ ਬੋਲ ਕੇ ਇੱਕ ਵਾਰ ਆਪ ਵੀ ਕਹਿ ਦਿਓ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੈਰਵ ਮਹੱਲਾ ਪੰਜਵਾ। ਜੋ ਵਾਹਿਗੁਰੂ ਨਾਮ ਗੁਰਾਂ ਨੇ ਸਾਨੂੰ ਜਪਾਇਆ, ਆਪ ਨੇ ਉੱਚੀ ਬੋਲ ਕੇ ਉਚਾਰਨ ਕੀਤਾ ਹੈ। ਇਸ ਵਾਹਿਗੁਰੂ ਨਾਮ ਦੀ ਮਹਿਮਾ ਭੈਰੋਂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਇੰਜ ਕਰਦੇ ਹਨ। ਨਾਮ ਹਮਾਰਾ ਵੇਦ ਅਰ ਨਾਦ। ਇਹ ਭਾਈ ਸਾਡੇ ਲਈ ਪਰਮਾਤਮਾ ਦਾ ਨਾਮ ਹੀ ਵੇਦਾਂ ਦਾ ਪਾਠ ਅਤੇ ਜੋਗੀਆਂ ਦੇ ਵਾਜੇ ਰੂਪ ਹੈ। ਇਸੇ ਪ੍ਰਕਾਰ ਨਾਮ ਹਮਾਰਾ ਵੇਦ ਅਰ ਨਾਦ। ਪਰਮਾਤਮਾ ਦਾ ਨਾਮ ਹੀ ਸਾਡੇ ਤਾਈਂ ਨਾਦ ਸ਼ਬਦ ਬ੍ਰਹਮ ਦਾ ਵੇਦ ਗਿਆਨ ਦੇਣ ਵਾਲਾ ਹੈ। ਨਾਮ ਹਮਾਰਾ ਪੂਰੇ ਕਾਜ। ਪਰਮਾਤਮਾ ਦਾ ਨਾਮ ਹੀ ਸਾਡੇ ਲੋਕ ਪਰਲੋਕ ਦੇ ਸਾਰੇ ਕੰਮ ਪੂਰੇ ਕਰਨ ਵਾਲਾ ਹੈ। ਨਾਮ ਹਮਾਰਾ ਪੂਜਾ ਦੇਵ। ਪਰਮਾਤਮਾ ਦਾ ਨਾਮ ਹੀ ਸਾਡੇ ਲਈ ਦੇਵਤਿਆਂ ਜਾਂ ਪ੍ਰਕਾਸ਼ਕ ਪ੍ਰਭੂ ਦੀ ਪੂਜਾ ਹੈ। ਜੋ ਪਰਮਾਤਮਾ ਦਾ ਨਾਮ ਜਪਣਾ ਹੈ। ਨਾਮ ਹਮਾਰਾ ਗੁਰ ਕੀ ਸੇਵਾ। ਹਰ ਸੇਵਾ ਮਹਿ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ। ਗੁਰੂ ਜੀ ਦੀ ਸੇਵਾ ਕੀ ਹੈ ਕਿ ਜੋ ਅੰਮ੍ਰਿਤ ਸਰੀਖਾ ਨਾਮ ਆਪਦੇ ਮੁਖ ਦੁਆਰਾ ਜਪਣਾ ਹੈ।
ਜੋ ਮਹਾਰਾਜ ਦਾ ਨਾਮ ਜਪਣਾ ਸਾਡੇ ਲਈ ਗੁਰਾਂ ਦੀ ਸੇਵਾ ਟਹਿਲ ਭਗਤੀ ਬਣੀ ਹੋਈ ਹੈ, ਜਾਂ ਸਾਡੇ ਪਾਸ ਨਾਮ ਦੇ ਜਪਣ ਜਪੋਂ ਰੂਪ ਸੇਵਾ ਗੁਰੂ ਦੀ ਹੀ ਬਖਸ਼ਿਸ਼ ਕੀਤੀ ਹੋਈ ਹੈ। ਗੁਰ ਸੇਵਾ ਤੇ ਨਾਮੇ ਲਾਗਾ, ਤਿਸ ਕੋ ਮਿਲਿਆ ਜਿਸ ਮਸਤਕ ਭਾਗਾ। ਜਿਵੇਂ ਦਮਦਮੀ ਟਕਸਾਲ ਦੇ ਜਥੇਦਾਰ 10ਵੇਂ ਨੰਬਰ ਤੇ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਪਾਸ ਕਿਸੇ ਨੇ ਬੇਨਤੀ ਕੀਤੀ ਕਿ ਮਹਾਂਪੁਰਖੋ ਕੋਈ ਸੇਵਾ ਦੱਸੋ। ਤਦੋਂ ਮਹਾਂਪੁਰਖਾਂ ਨੇ ਕਿਹਾ, ਭਾਈ ਜੋ ਪਰਮਾਤਮਾ ਦਾ ਨਾਮ ਸਿਮਰਨਾ ਇਹੀ ਸੰਤਾਂ ਮਹਾਤਮਾ ਅਤੇ ਗੁਰਾਂ ਦੀ ਸੇਵਾ ਹੈ। ਇਸ ਲਈ ਪਰਮਾਤਮਾ ਦਾ ਨਾਮ ਜਪਿਆ ਕਰੋ, ਇਹੀ ਸਭ ਤੋਂ ਵੱਡੀ ਸੇਵਾ ਹੈ। ਸਭ ਤੋਂ ਵੱਡੀ ਪੂਜਾ ਵੀ ਇਹੀ ਹੈ, ਇਹੀ ਸਭ ਤੋਂ ਵੱਡਾ ਦਾਨ ਵੀ ਹੈ। ਦਾਨ ਦੇ ਨਾਲ ਤਾਂ ਸਵਰਗਾਂ ਦੇ ਵਿੱਚ ਜਾਈਦਾ, ਪਰ ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ। ਨਾਮ ਜਪਣ ਵਾਲਾ, ਬਾਣੀ ਪੜਨ ਵਾਲਾ ਸੱਚਖੰਡ ਪਹੁੰਚ ਜਾਂਦਾ। ਇਸ ਲਈ ਸਭ ਤੋਂ ਵੱਡਾ ਦਾਨ ਤੇ ਸਭ ਤੋਂ ਵੱਡਾ ਤੀਰਥ ਇਸ਼ਨਾਨ ਵੀ ਇਹੀ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰਪੂਰੈ ਦ੍ਰਿੜਿਓ ਹਰ ਨਾਮ। ਇਹ ਭਾਈ ਅਸੀਂ ਪੂਰਨ ਗੁਰਾਂ ਦੁਆਰਾ ਹਰੀ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਦ੍ਰਿੜ ਕੀਤਾ, ਪ੍ਰਪਾ ਕੀਤਾ ਹੈ। ਸਭ ਤੇ ਉਤਮ ਹਰ ਹਰ ਕਾਮ। ਦੁਨੀਆ ਦੇ ਵਿੱਚ ਕੰਮ ਤਾਂ ਸਾਰੇ ਚੰਗੇ ਨੇ, ਰੋਜੀ ਰੋਟੀ ਦਾ ਸਾਧਨ, ਪਰ ਹਰੇ ਭਰੇ ਕਰਨ ਵਾਲੇ ਹਰੀ ਪ੍ਰਮਾਤਮਾ ਦਾ ਨਾਮ ਜਪਣਾ, ਨਾਮ ਦੀ ਕਮਾਈ ਕਰਨੀ ਹੀ ਸਭ ਤੋਂ ਉੱਤਮ ਸ੍ਰੇਸ਼ਟ ਕੰਮ ਹੈ। ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ, ਆਸਾ ਮਹੱਲਾ ਪੰਜਵਾ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਨਾਮ ਹਮਾਰਾ ਮੱਜਨ ਇਸਨਾਨ। ਪਰਮਾਤਮਾ ਦਾ ਨਾਮ ਜਪਣਾ ਹੀ ਸਾਡੇ ਲਈ ਪੁਰਬਾਂ ਦਾ ਨਹਾਉਣਾ ਇਸ਼ਨਾਨ ਹੈ। ਨਾਮ ਹਮਾਰਾ ਪੂਰਨ ਦਾਨ। ਪਰਮਾਤਮਾ ਦਾ ਨਾਮ ਹੀ ਸਾਡੇ ਲਈ ਪੂਰਨ ਦਾਨ ਹੈ, ਜਾਂ ਸਾਡੇ ਤਾਈਂ ਸਤਿਗੁਰਾਂ ਦੇ ਨਾਮ ਦਾ ਹੀ ਗੁਰਾਂ ਨੇ ਪੂਰਨ ਦਾਨ ਸਾਨੂੰ ਦਿੱਤਾ ਹੋਇਆ ਹੈ। ਨਾਮ ਲੈਤ ਤੇ ਸਗਲ ਪਵੀਤ। ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਲੈਂਦੇ, ਭਾਵ ਜਪਦੇ ਨੇ, ਤੇ ਉਹ ਸਾਰੇ ਮਨੁੱਖ ਹੀ ਉਜਲ ਜੀਵਨ ਵਾਲੇ ਹੋ ਜਾਂਦੇ ਹਨ। ਨਾਮ ਜਪਤ ਮੇਰੇ ਭਾਈ ਮੀਤ। ਜੋ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਨੇ ਉਹ ਮੇਰੇ ਭਰਾ ਤੇ ਮੇਰੇ ਮਿੱਤਰ ਹੀ ਉਹੀ ਨੇ। ਹੁਣ ਜਿਹੜਾ ਨਾਲ ਬੈਠਾ ਅਸਲੀ ਭਰਾ ਤੇ ਮਿੱਤਰ ਇਹੀ ਹੈ ਜਿਹੜਾ ਪਾਠ ਕਰਾ ਰਿਹਾ, ਸਾਡਾ ਕੰਮ ਡੰਗ ਟਪਾ ਰਿਹਾ, ਆਪਦੀ ਨੀਂਦ, ਆਪਦੀ ਭੁੱਖ, ਆਪਦੀ ਡਿਊਟੀ ਛੱਡ ਕੇ ਗੁਰਦੁਆਰੇ ਦਾ ਕੰਮ ਕਰ ਰਿਹਾ ਹੈ, ਸਾਥ ਨਿਭਾ ਰਿਹਾ ਹੈ। ਅਸਲੀ ਭਰਾ ਤੇ ਇਹੀ ਹੈ। ਸਗੇ ਭਰਾ ਤੇ ਪਤਾ ਨਹੀਂ ਕਿੱਥੇ ਨੇ। ਸੋ ਮਾਂ ਦੇ ਸਤ ਸੰਗਤ ਹੀ ਆ, ਅਸਲੀ ਮਾਂ ਦੇ ਪਤਾ ਨਹੀਂ ਕਿੱਥੇ ਆ। ਸੋ ਪਿਓ ਵੀ ਸਾਡਾ ਮਹਾਰਾਜ ਹੀ ਆ, ਅਸਲੀ ਪਿਓ ਤੇ ਪਤਾ ਨਹੀਂ ਕਿੱਥੇ ਆ। ਸੋ ਇਸ ਵਾਸਤੇ ਜੋ ਲੋਕ ਅਤੇ ਪਰਲੋਕ ਦਾ ਸੰਗੀ ਸਾਥੀ ਹੈ ਉਹ ਮਹਾਰਾਜ ਦਾ ਨਾਮ, ਮਹਾਰਾਜ ਦੀ ਸਾਧ ਸੰਗਤ ਹੈ। ਪਾਤਸ਼ਾਹ ਜੀ ਨੇ ਬਚਨ ਕੀਤਾ ਹੈ, ਮੇਰੇ ਹਰ ਪ੍ਰੀਤਮ ਕੀ ਜੋ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਜਿਹੜਾ ਮੇਰੇ ਪ੍ਰਮਾਤਮਾ ਦੇ ਘਰ ਦੀ ਗੱਲ ਸੁਣਾਵੇ, ਕੀਰਤਨ ਕਥਾ ਗੁਰਬਾਣੀ ਦਾ ਪਾਠ, ਉਹੀ ਸਾਡਾ ਭਰਾ ਲੱਗਦਾ, ਉਹੀ ਸਾਡਾ ਮਿੱਤਰ ਲੱਗਦਾ ਹੈ। ਤੇ ਇਹ ਸਭ ਜਗ੍ਹਾ ਤੇ ਜਿੱਥੇ ਮਰਜ਼ੀ ਚਲੇ ਜਾਓ, ਕਿਤੇ ਨਾਲ ਜਾਣ ਦੀ ਨਹੀਂ ਲੋੜ। ਸੰਗਤ ਹਰੇਕ ਜਗ੍ਹਾ ਤੇ ਹੀ ਹੈ, ਹਰੇਕ ਜਗ੍ਹਾ ਦੇ ਗੁਰੂ ਘਰ ਨੇ। ਤੋ ਸੰਗਤ ਦਾ ਪ੍ਰੇਮ ਘਰਦਿਆਂ ਨੂੰ ਵੱਧ ਹੈ ਸਾਥ ਨਿਭਾਉਣ ਵਾਲਾ, ਬਲਕਿ ਮਰਨ ਤੋਂ ਬਾਅਦ ਤਾਂ ਸਕੇ ਸੋਧਰੇ ਕੋਈ ਵੀ ਸਾਥ ਨਹੀਂ ਨਿਭਾ ਸਕਦਾ। ਸਾਡੇ ਸਰੀਰ ਨੇ ਵੀ ਇੱਥੇ ਹੀ ਡਿੱਗ ਪੈਣਾ, ਰੂਹ ਇਕੱਲੀ ਹੀ ਜਮਾਂ ਦੇ ਡਿੱਕੀ ਆਉਂਦੀ ਹੈ, ਦੁੱਖ ਭੋਗਦੀ ਹੈ। ਉਸ ਜਮ ਦੇ ਰਸਤੇ ਤਾਂ ਫਿਰ ਸਾਧੂ ਸੰਤ ਦੀ ਸਹਾਇਤਾ ਕਰ ਸਕਦੇ ਨੇ। ਮਹਾਰਾਜ ਦਾ ਬਚਨ ਹੈ, ਉਹ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਹੀ ਛੋੜ। ਜਿਹੜੇ ਦੁਨਿਆਵੀ ਮਿੱਤਰ ਦੋਸਤ ਉਹ ਜਿਉਂਦਿਆਂ ਵਿਛੜ ਜਾਂਦੇ, ਪਰ ਸਾਧੂ ਸੰਤ
ਮਰਨ ਤੋਂ ਬਾਅਦ ਵੀ ਸਾਥ ਨਿਭਾਉਂਦੇ ਨੇ। ਇਸ ਲਈ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਨੇ ਉਹੀ ਸਾਡੇ ਭਰਾ ਨੇ, ਉਹੀ ਸਾਡੇ ਮਿੱਤਰਾਂ ਦੀ ਤਰ੍ਹਾਂ ਹਨ। ਨਾਮ ਹਮਾਰੈ ਸੌਣ ਸੰਜੋਗ, ਪਰਮਾਤਮਾ ਦਾ ਨਾਮ ਹੀ ਸਾਡੇ ਲਈ ਸ਼ਗਨਾਂ ਦਾ ਸ਼ਾਸਤਰ ਤੇ ਨਛੱਤਰਾਂ ਗ੍ਰਹਿ ਰਾਸ਼ੀ ਆਦਿਕ ਦਾ ਮੇਲ ਹੈ। ਜੋਤਿਸ਼ ਸ਼ਾਸਤਰ ਹੈ। ਅਰਦਾਸ ਕਰੋ, ਮੰਗਲ ਕਰਕੇ ਰੁਮਾਲਾ ਉਤਾਰ ਕੇ ਹੁਕਮਨਾਮਾ ਪੜੋ, ਸੁਣੋ ਤੇ ਬਸ ਆਪੇ ਹੀ ਲਗਨ ਨਿਕਲ ਆਇਆ, ਸ਼ਗਨ ਹੋ ਗਿਆ। ਜੋ ਕਾਰਜ ਕਰਨਾ ਗੁਰੂ ਸਾਹਿਬ ਦੀ ਚਰਨਾਂ 'ਚ ਅਰਦਾਸ ਕਰਕੇ ਕਰਨ ਤੋਂ ਸਿੱਧ ਹੋ ਜਾਂਦਾ ਹੈ। ਇਹੀ ਸਾਡਾ ਜੋਤਿਸ਼ ਸ਼ਾਸਤਰ ਹੈ। ਹੋਰ ਪੰਡਤ ਕਿੱਥੇ ਲੱਭਾਂਗੇ? ਗੁਰਦੁਆਰੇ ਦੇ ਗ੍ਰੰਥੀ ਹੋਈ ਪੰਡਤ ਨੇ। ਸੋ ਜਿਹੜੀ ਮਰਜ਼ੀ ਅਰਦਾਸ ਕਰਾਓ, ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਨਾਮ ਹਮਾਰੈ ਤ੍ਰਿਪਤ ਸੋ ਭੋਗ, ਪਰਮਾਤਮਾ ਦਾ ਨਾਮ ਹੀ ਸਾਡੇ ਤਾਈਂ ਸ੍ਰੇਸ਼ਟ ਭੋਗਾਂ ਦੇ ਨਾਲ ਤ੍ਰਿਪਤ ਕਰਨੇ ਵਾਲਾ, ਰਜਾਉਣ ਵਾਲਾ ਹੈ, ਜਾਂ ਸ੍ਰੇਸ਼ਟ ਬ੍ਰਹਮਾਨੰਦ ਰੂਪੀ ਭੋਗ ਨਾਲ ਤ੍ਰਿਪਤੀ ਕਰਾਉਣ ਵਾਲਾ ਹੈ। ਨਾਮ ਹਮਾਰੈ ਸਗਲ ਆਚਾਰ, ਪਰਮਾਤਮਾ ਦਾ ਨਾਮ ਹੀ ਸਾਡੇ ਲਈ ਸਾਰੇ ਸ੍ਰੇਸ਼ਟਾਚਾਰ ਹੈ। ਨਾਮ ਹਮਾਰੈ ਨਿਰਮਲ ਵਿਵਹਾਰ, ਪਰਮਾਤਮਾ ਦਾ ਨਾਮ ਹੀ ਸਾਡੇ ਲਈ ਉਜਲ ਵਿਵਹਾਰ ਹੈ। ਜਾ ਕੈ ਮਨ ਵਸਿਆ ਪ੍ਰਭ ਏਕ, ਜਿਨ੍ਹਾਂ ਮਨੁੱਖਾਂ ਦੇ ਮਨ ਹਿਰਦੇ ਵਿੱਚ ਅਦੁੱਤੀ ਪਰਮਾਤਮਾ ਆਪ ਆ ਕੇ ਵਸ ਗਿਆ, ਸਾਖਿਆਤਕਾਰ ਹੋ ਗਿਆ ਹੈ। ਸਗਲ ਜਨਾ ਕੀ ਹਰ ਹਰ ਟੇਕ, ਉਹਨਾਂ ਸਾਰੇ ਮਨੁੱਖਾਂ ਦੀ ਹਰ ਹਰ ਪਰਮਾਤਮਾ ਹੀ ਇੱਕ ਟੇਕ, ਇੱਕ ਓਟ ਹੈ। ਮਨ ਤਨ ਨਾਨਕ ਹਰ ਗੁਣ ਗਾਓ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਮਨੁੱਖ ਆਪਣੇ ਮਨ ਹਿਰਦੇ ਤੇ ਤਨ ਸਰੀਰ ਵਿੱਚ ਪਰਮਾਤਮਾ ਦੇ ਗੁਣ ਗਾਉਣਾ ਕਰਦਾ ਹੈ। ਸਾਧ ਸੰਗ ਜਿਸ ਦੇਵੈ ਨਾਉ, ਜਿਸ ਮਨੁੱਖ ਨੂੰ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਹਰੀ ਆਪਣਾ ਨਾਮ ਦੇਣਾ ਕਰਦਾ ਹੈ, ਉਹਦੇ ਤੇ ਸੋ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਆਓ ਆਪਾਂ ਵੀ ਇਹੀ ਬੇਨਤੀ ਕਰੀਏ ਕਿ ਮੈਂ ਕਿਆ ਮੰਗੋ ਕਿ ਸਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਹੇ ਗੁਰੂ ਮਹਾਰਾਜ, ਕੋਈ ਚੀਜ਼ ਸਥਿਰ ਰਹਿਣ ਵਾਲੀ ਨਹੀਂ, ਇਸ ਲਈ ਮੈਂ ਕਿਸੇ ਹੋਰ ਚੀਜ਼ ਦੀ ਕੀ ਡਿਮਾਂਡ ਕਰਾਂ। ਆਪ ਦੇ ਨਾਮ ਦੀ ਪਿਆਰੀ ਵਸਤੂ ਕਿਰਪਾ ਕਰਕੇ ਮੈਨੂੰ ਬਖਸ਼ਿਸ਼ ਕਰੋ ਜੀ। ਇੱਥੇ ਲੜੀਵਾਰ ਕਥਾ ਦੀ ਸਮਾਪਤੀ ਕਰਦੇ ਹਾਂ ਜੀ। ਭੁੱਲ ਚੁੱਕ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਮਨ ਤਨ ਨਾਨਕ ਹਰ ਗੁਣ ਗਾਓ, ਸਾਧ ਸੰਗ ਜਿਸ ਦੇਵੈ ਨਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕਤਕ ਕਰਮ ਕਮਾਵਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਕੱਤਕ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਕੱਤਕ ਅਤੇ ਪੋਹ ਦਾ ਮਹੀਨਾ ਲੋਕਾਂ ਨੇ ਮਾੜਾ ਸਮਝਿਆ ਹੈ। ਜੇ ਇਹਨਾਂ ਦੋਹਾਂ ਮਹੀਨਿਆਂ ਵਿੱਚ ਕਿਸੇ ਦੇ ਘਰ ਪੁੱਤਰ ਪੈਦਾ ਹੋਵੇ ਤਾਂ ਚੰਗਾ ਨਹੀਂ ਸਨ ਸਮਝਦੇ। ਪੁਰਾਣੇ ਲੋਕ ਇਹਨਾਂ ਦੋਹਾਂ ਮਹੀਨਿਆਂ ਨੂੰ ਭਾਗ ਲਾਉਣ ਵਾਸਤੇ ਅਤੇ ਭਰਮ ਵੇਠਣ ਵਾਸਤੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰੀ ਆਕਾਰ ਜੋਤ ਜਗ ਮੰਡਲ ਕਰਿਓ। ਗਰੀਬ ਨਿਵਾਜ ਸਤਿਗੁਰੂ ਨਾਨਕ ਦੇਵ ਜੀ ਨੇ ਕੱਤਕ ਦੀ ਪੂਰਨਮਾਸ਼ੀ ਨੂੰ ਅਵਤਾਰ ਧਾਰਿਆ ਹੈ ਤੇ ਪੋਹ ਦੇ ਵਿੱਚ ਆਪ ਦਾ 10ਵਾਂ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪ੍ਰਗਟ ਕੀਤਾ ਹੈ।
ਇਸ ਲਈ ਇਹ ਦੋਵੇਂ ਮਹੀਨੇ ਧਨ ਦਾ ਯੋਗ ਨੇ, ਕਿਉਂਕਿ ਆਪਦਾ ਤਾਂ ਇਹ ਸੁਦੇ ਸਿੱਧ ਹੀ ਬਿਰਤ ਹੈ। ਜਾ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੁਹੀਂ ਡਰੈ, ਨੀਚ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਸੋ ਗਰੀਬ ਨਵਾਜ ਨੇ ਇਸ ਮਹੀਨੇ ਨੂੰ ਵੀ ਮਾੜੇ ਤੋਂ ਚੰਗਾ ਬਣਾਇਆ। ਆਓ ਮਹੀਨੇ ਦੇ ਰਾਹੀਂ ਗੁਰਾਂ ਦਾ ਉਪਦੇਸ਼ ਸਰਵਣ ਕਰੋ। ਕਤਕ ਕਰਮ ਕਮਾਵਣੇ, ਕੱਤਕ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ ਕਿ ਜੀਵ ਜਿਸ ਤਰ੍ਹਾਂ ਦੇ ਕਰਮ ਕਮਾਉਂਦੇ ਹਨ, ਉਸੇ ਤਰ੍ਹਾਂ ਦੇ ਹੀ ਫਲ ਨੂੰ ਆਪ ਭੋਗਣਾ ਕਰਦੇ ਹਨ। ਉਹਦੇ ਵਿੱਚ ਦੋਸ ਨਾ ਕਾਹੂ ਜੋਗ, ਕਿਸੇ ਦੂਜੇ ਨੂੰ ਦੋਸ਼ ਦੇਣਾ ਯੋਗ ਨਹੀਂ ਹੈ, ਕਿਉਂਕਿ ਦਦੈ ਦੋਸ ਨਾ ਦਿਓ ਕਿਸੇ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਣਾ। ਵਿਦਵਾਨਾਂ ਨੇ ਕਰਮ ਦੋ ਪ੍ਰਕਾਰ ਦੇ ਲਿਖੇ ਨੇ, ਇੱਕ ਵੇਹਤ ਤੇ ਇੱਕ ਅਵੇਹਤ। ਵੇਹਤ ਕਰਮ ਉਹ ਹਨ ਜਿਸ ਦੇ ਕਰਨ ਦੀ ਗੁਰੂ ਤੇ ਸ਼ਾਸਤਰ ਨੇ ਆਗਿਆ ਕੀਤੀ ਹੈ, ਭਾਵ ਸ਼ੁਭ ਕਰਮ। ਇਹ ਕਰਮ ਅੱਗੋਂ 5 ਪ੍ਰਕਾਰ ਦੇ ਨੇ, ਨਿਤ, ਨਮਿਤ, ਸਕਾਮ, ਨਿਸ਼ਕਾਮ ਤੇ ਪ੍ਰਾਸ਼ਚਿਤ ਕਰਮ। ਨਿਤ ਕਰਮ ਉਹ ਸ਼ੁਭ ਕਰਮ ਨੇ ਜੋ ਹਰ ਰੋਜ਼ ਕੀਤੇ ਜਾਂਦੇ ਨੇ। ਜਿਵੇਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਗੌੜੀ ਦੀ ਵਾਰ ਵਿੱਚ 305 ਅੰਗ ਤੇ ਬਚਨ ਹੈ। ਮਹੱਲਾ ਚੌਥਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਤੇ ਆਵੈ। ਉਦਮ ਕਰੇ ਪਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰਨ ਆਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਾਂ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਬ ਰਹਿ ਨਾਮ ਜਪਾਵੈ। ਨਿਤ ਕਰਮ ਡੇਲੀ ਕਰਨ ਵਾਲੇ, ਇਸ਼ਨਾਨ ਪਾਨ, ਪੰਜਾਂ ਬਾਣੀਆਂ, ਰਹਿ ਰਸ ਕੀਰਤਨ ਸੋਹਿਲੇ ਦਾ ਨਿਤਨੇਮ, ਸਤ ਸੰਗਤ ਕਰਨੀ, ਕਥਾ ਕੀਰਤਨ। ਦੂਜੇ ਨੇ ਨਿਮਿਤ ਕਰਮ, ਉਹ ਸ਼ੁਭ ਕਰਮ ਕਿਸੇ ਗੁਰਪੁਰਬ ਜਾਂ ਕਿਸੇ ਖਾਸ ਸਮੇਂ ਤੇ ਖਾਸ ਕਾਰਨ ਨੂੰ ਲੈ ਕੇ ਕੀਤੇ ਜਾਣ। ਭਾਈ ਗੁਰਦਾਸ ਜੀ ਦਾ ਬਚਨ ਹੈ, ਕੁਰਬਾਨੀ ਤਨ ਗੁਰ ਸਿੱਖਾਂ, ਭਾਈ ਭਗਤ ਗੁਰਪੁਰਬ ਕਰਨ ਦੇ। ਉਹਨਾਂ ਸਿੱਖਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਜਿਹੜੇ ਗੁਰਪੁਰਬ ਮਨਾਉਣਾ ਕਰਦੇ ਨੇ। ਤੀਜੇ ਨੇ ਸਕਾਮ ਕਰਮ, ਜਿਹੜੇ ਕਰਮ ਕਿਸੇ ਕਾਮਨਾ ਨੂੰ ਲੈ ਕੇ ਕੀਤੇ ਜਾਣ, ਜਿਵੇਂ ਸ੍ਰੀ ਅਖੰਡ ਪਾਠ ਸਾਹਿਬ, ਸਹਿਜ ਪਾਠ, ਕੀਰਤਨ, ਲੰਗਰ, ਜਾਪ, ਪੁੰਨ ਦਾਨ ਆਦਿਕ। ਚੌਥੇ ਨੇ ਨਿਸ਼ਕਾਮ ਕਰਮ, ਗੁਰੂ ਜਾਂ ਪਰਮੇਸ਼ਰ ਦੀ ਪ੍ਰਸੰਨਤਾ ਲਈ ਕੋਈ ਵੀ ਕਰਮ ਕਰਨਾ। ਸੇਵਾ ਕਰਦ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਮੰਗੀਏ ਤੇ ਤਾਂ ਜੇ ਰੱਬ ਨੇ ਦਿੱਤਾ ਨਾ ਹੋਵੇ, ਉਹਨੇ ਮੰਗਣ ਤੋਂ ਬਗੈਰ ਹੀ ਸਭ ਕੁਝ ਦਿੱਤਾ ਹੈ, ਇਸ ਲਈ ਉਹਦਾ ਧੰਨਵਾਦ ਕਰਨ ਲਈ ਗੁਰੂ ਦੀ ਸੇਵਾ ਕਰਨੀ। ਦੂਜੇ ਨੇ ਅਵੇਹਤ ਕਰਮ ਆਪਣਾ। ਪੰਜਵੇਂ ਨੇ ਪ੍ਰਾਸ਼ਚਿਤ ਕਰਮ, ਆਪਣੀ ਕੀਤੀ ਭੁੱਲ ਜਾਂ ਕੁਰੈਤ ਦੀ ਮਾਫੀ ਹਿਤ ਲੱਗੀ ਤਨਖਾਹ ਜਾਂ ਪੁੰਨ ਕਰਨ ਦਾ ਨਾਮ ਪ੍ਰਾਸ਼ਚਿਤ ਕਰਮ ਹੈ। ਪੰਜਵੇਂ ਆਪਣਾ ਦੂਸਰੇ ਨੇ ਅਵੇਹਤ ਕਰਮ, ਉਹ ਕਰਮ ਜਿਸ ਦੇ ਕਰਨ ਦੀ ਗੁਰੂ ਤੇ ਸ਼ਾਸਤਰ ਨੇ ਮਨਾਹੀ ਕੀਤੀ ਹੈ, ਭਾਵ ਅਸ਼ੁਭ ਕਰਮ। 4 ਕੁਰੈਤਾਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਧੀਨ ਕੀਤੇ ਕਰਮ ਅਸ਼ੁਭ ਨੇ। ਕ੍ਰੋਧ ਕਹਿੰਦਾ ਹੈ, ਅੰਧ ਕਰੋ ਦ੍ਰਿਗਵੰਤਨ ਕੋ, ਸੁਰਤਵੰਤਨ ਕੋ ਬਦਰੋ ਕਰ ਡਾਰੋ। ਸਾਡੇ ਇੱਕ ਹੈਡ ਗ੍ਰੰਥੀ ਗਿਆਨੀ ਭਜਨ ਸਿੰਘ ਜੀ ਹੁੰਦੇ ਸੀਗੇ, ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼। ਉਹਦਾ ਹੈਡ ਗ੍ਰੰਥੀ ਗਿਆਨੀ ਗੁਰਦੀਪ ਸਿੰਘ ਸੀਗੇ, ਨਿਤਨੇਮ ਕਰਨ ਵਾਲੇ। ਉਹ ਵੀ ਕਈ ਵਾਰ ਨਿਤਨੇਮ ਕਰਦੇ, ਪਰ ਉਹ ਰੁਮਾਲੀ ਸਾਹਿਬ ਦੀ ਸੇਵਾ ਕਰਨੀ, ਧੁਆਈ ਸੇਵਾ, ਪ੍ਰੈਸ ਕਰਨੇ, ਸਵਾਰ ਕੇ ਰੱਖਣੇ, ਬਹੁਤ ਜ਼ਿੰਮੇਵਾਰੀ।
ਅਸੀਂ ਕਈ ਵਾਰ ਉਹਨਾਂ ਨੂੰ ਮਖੌਲ ਕਰਨਾ, ਹੱਸਣਾ, ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਵੀ ਲੱਗਦੇ। ਉਹਨਾਂ 'ਚ ਇੱਕ ਗੁਣ ਕਹਿ ਲਓ ਜਾਂ ਔਗਣ ਕਹਿ ਲਓ, ਜਦ ਵੀ ਉਹ ਕਿਸੇ ਨਾਲ ਗੁੱਸੇ ਹੋ ਜਾਂਦੇ, ਕੋਈ ਮਖੌਲ ਕਰ ਦਿੰਦਾ ਜਾਂ ਕੋਈ ਝਗੜੇ ਵਾਲੀ ਗੱਲ ਹੋ ਜਾਂਦੀ, ਕਿਸੇ ਨੂੰ ਕੁਝ ਕਹਿਣ ਦੀ ਬਜਾਏ, ਮਾਰ ਫੱਟ ਕਰਨ ਦੀ, ਗਾਲੀ ਗਲੋਚ ਕਰਨ ਦੀ ਬਜਾਏ, ਉਹਨਾਂ ਸੁੰਦਰ ਗੁਟਕਾ ਸਾਹਿਬ ਆਪਦੇ ਚੋਲੀ ਵਿੱਚੋਂ ਕੱਢਣਾ, ਜਿਹੜੀ ਗਾਲੀ ਪਾਈ ਹੁੰਦੀ ਸੀ। ਜੇ ਉਹਨੂੰ ਕਹਿਣਾ ਰੋਟੀ ਖਾ ਲਾ, ਉਹਨੇ ਬੋਲਣਾ ਨਹੀਂ, ਗੁਟਕਾ ਪੜੀ ਜਾਣਾ ਬਸ। ਜੇ ਕਹਿਣਾ ਵੀ ਸੌਂ ਜਾ, ਆ ਜਾ, ਤਾਂ ਵੀ ਨਹੀਂ ਬੋਲਣਾ। ਮਤਲਬ ਜਦ ਗੁੱਸਾ ਚੜ੍ਹਨਾ ਤੇ ਬਾਣੀ ਬੜੀ ਜਾਣੀ, ਪਾਠ ਹੀ ਕਰੀ ਜਾਣਾ। ਮੈਂ ਉਹਦਾ ਸੁਭਾਅ ਵੇਖਿਆ ਸੀਗਾ। ਇਉਂ ਸਿਆਣਿਆਂ ਦਾ ਕਹਿਣਾ ਵੀ ਜਦ ਗੁੱਸਾ ਚੜ੍ਹੇ, ਦੂਜੇ ਨੂੰ ਚੜ੍ਹਿਆ ਹੋਵੇ ਤੇ ਭੱਜ ਜਾਓ, ਆਪ ਨੂੰ ਚੜ੍ਹਿਆ ਹੋਵੇ ਤੇ ਚੁੱਪ ਕਰ ਜਾਓ। ਜਿਹੜਾ ਚੁੱਪ ਰਹਿਣ ਦਾ ਸੁਭਾਅ ਬਣਾ ਲੈਂਦਾ ਹੈ, ਕੁਝ ਸਮੇਂ ਬਾਅਦ ਕ੍ਰੋਧ ਸ਼ਾਂਤ ਹੋ ਜਾਂਦਾ ਹੈ। ਤੋ ਇਸ ਲਈ ਸਭ ਤੋਂ ਬੁਰਾ ਕਰਮ ਕ੍ਰੋਧ ਕਰਾਉਂਦਾ ਹੈ। ਅੱਖਾਂ ਵਾਲਿਆਂ ਨੂੰ ਕਹਿੰਦਾ ਮੈਂ ਅੰਨੇ ਕਰ ਦਿੰਦਾ, ਕੰਨਾਂ ਵਾਲਿਆਂ ਨੂੰ ਬੋਲੇ ਕਰ ਦਿੰਦਾ। ਬੰਦਾ ਕਹਿੰਦਾ ਮੈਨੂੰ ਕੁਝ ਨਹੀਂ ਦਿਖਦਾ, ਪਰੇ ਹਟ ਜਾਓ, ਮੈਨੂੰ ਕੁਝ ਨਹੀਂ ਸੁਣਦਾ। ਕਈ ਵਾਰ ਆਪਣਿਆਂ ਦੇ ਉੱਪਰ ਹੀ ਵਾਰ ਕਰਦਾ, ਆਪਦਾ ਹੀ ਨੁਕਸਾਨ ਕਰ ਬੈਠਦਾ। ਕਈ ਮੇਰੇ ਵਰਗੇ ਇੰਨੇ ਮੂਰਖ ਜੰਮੇ, ਉਹ ਲੜ ਕੇ ਆਪਦਾ ਮੋਬਾਈਲ ਹੀ ਤੋੜ ਸੁੱਟਣਗੇ, ਆਪਣੇ ਘਰ ਦਾ ਹੀ। ਲੜਾਈ ਕਿਸੇ ਨਾਲ, ਮੋਬਾਈਲ ਆਪਣਾ ਹੀ ਭੰਨ ਸੁੱਟਿਆ। ਕਿੱਡੀ ਕਿ ਸਿਆਣੀ ਗੱਲ ਹੈ। ਫਿਰ 10-15 ਹਜ਼ਾਰ ਰੁਪਈਆ ਖਰਚੋ। ਗੁੱਸਾ ਕਿਸੇ ਨਾਲ ਹੈ ਤੇ ਥਾਲੀ ਰੋਟੀ ਵਾਲੀ ਵਗਾ ਕੇ ਕੰਧ ਨਾ ਮਾਰਨੀ, ਦੱਸੋ। ਇਸ ਲਈ ਜਿੰਨੇ ਵੀ ਗੁੱਸੇ ਵਿੱਚ ਕੰਮ ਕੀਤੇ ਨੇ, ਜਾਂ ਕਾਮ ਦੀ ਮੰਦ ਵਾਸ਼ਨਾ ਵਿੱਚ ਕੀਤੇ ਨੇ, ਜਾਂ ਲਾਲਚ ਵਿੱਚ ਕੀਤੇ ਨੇ, ਜਾਂ ਹੰਕਾਰ ਵਿੱਚ ਕੀਤੇ, ਉਹ ਸਾਰੇ ਮਾੜੇ ਹੀ ਮਾੜੇ ਨੇ। ਉਹਨਾਂ ਦਾ ਤਿਆਗ ਕਰਨਾ ਗੁਰੂ ਤੇ ਸ਼ਾਸਤਰ ਨੇ ਆਗਿਆ ਕੀਤੀ ਹੈ। ਇਹਨਾਂ 'ਚ 4 ਬਜਰ ਕੁਰੈਤਾਂ ਨੇ। ਹੁੱਕਾ ਹਜਾਮਤ ਹਲਾਲੋ ਹਰਾਮ, ਬਾਰਿਸ਼ੇ ਹਿਨਾ ਕਰਦਰੂ ਸਿਆਫਾਮ। ਸੋ ਕਈ ਵਾਰ ਬੰਦਾ ਸੁਪਨੇ ਵਿੱਚ ਵੀ ਪਛਤਾਉਂਦਾ ਹੈ ਕਿ ਮੈਂ ਪੰਜਾਂ ਪਿਆਰਿਆਂ ਨੂੰ ਕੀ ਮੂੰਹ ਦਿਖਾਊਂਗਾ। ਜਦ ਜਾਗ ਆਉਂਦੀ ਆ, ਫਿਰ ਰੱਬ ਦਾ ਸ਼ੁਕਰ ਮਨਾਈਦਾ ਵੀ ਰੱਬ ਸੱਚਿਆ, ਧੰਨਵਾਦ ਤੇਰਾ, ਇਹ ਸਾਡੀ ਨੀਂਦ ਸੀਗੀ, ਸੁਪਨਾ ਸੀਗਾ। ਜੇ ਜਾ ਕੇ ਕੋਈ ਇਸ ਤਰ੍ਹਾਂ ਕੰਮ ਕੀਤਾ ਹੁੰਦਾ ਤੇ ਸਾਨੂੰ ਜਵਾਬ ਦੇਣਾ ਔਖਾ ਹੋ ਜਾਣਾ ਸੀਗਾ। ਮਤਲਬ ਇਹ ਮਾੜੇ ਕਰਮ ਇਹੋ ਜਿਹੀ ਪਰੇਸ਼ਾਨੀ ਵਾਲੇ, ਸੁਪਨੇ 'ਚ ਵੀ ਬੰਦਾ ਮੁੜ ਕੇ ਰਹਿੰਦਾ। ਕਿਸੇ ਦੀ ਕੋਈ ਚੁਗਲੀ ਜਾਂ ਕੋਈ ਨਿੰਦਿਆ ਕਰਕੇ ਫਿਰ ਮੂੰਹ ਲੁਕਾਉਂਦੇ ਫਿਰਨਾ, ਪਤਾ ਤੇ ਅਗਲੇ ਨੂੰ ਲੱਗ ਹੀ ਜਾਂਦਾ। ਫਿਰ ਉਹ 4 ਬੰਦਿਆਂ 'ਚ ਖੜ ਕੇ ਗੱਲ ਨਹੀਂ ਕਰ ਸਕਦਾ। ਜੇ ਉਹ ਪੁੱਛ ਲੈ ਕੀ ਜਵਾਬ ਦਿਆਂਗੇ। ਇਹੋ ਜਿਹੇ ਜਿਹੜੇ ਕੰਮ ਨੇ ਜਿਨ੍ਹਾਂ ਨੂੰ ਕਰਨ ਤੋਂ ਬਾਅਦ ਪਛਤਾਉਣਾ ਪਏ, ਉਹ ਔਗਣ ਸਾਰੇ ਅਵੇਹਤ ਕਰਮ ਨੇ। ਇਸ ਲਈ ਮਹਾਰਾਜ ਨੇ ਆਖਿਆ ਹੈ ਕਿ ਸੁਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਿਨ ਦਾਤੇ ਦੀਏ, ਕਿਸ ਕੋ ਦੋਸ ਦੇਹੇ ਤੂੰ ਪ੍ਰਾਣੀ, ਸਹੁ ਆਪਣਾ ਕੀਆ ਕਰਾਰਾ ਹੈ। ਜੋ ਤੂੰ ਕੀਤਾ ਹੈ ਤੂੰ ਉਹੀ ਦੁੱਖ ਸੁੱਖ ਭੋਗ ਰਿਹਾ, ਹੋਰ ਕਿਸੇ ਨੂੰ ਤੂੰ ਕੀ ਦੋਸ਼ ਦੇ ਸਕਦਾ ਹੈ। ਇਸ ਲਈ ਆਪਾਂ ਨੂੰ ਚਾਹੀਦਾ ਹੈ ਕਿ ਮਾੜੇ ਕੀਤੇ ਕਰਮਾਂ ਨੂੰ ਬਖਸ਼ਾਉਣ ਲਈ ਮਹਾਰਾਜ ਦੇ ਚਰਨਾਂ 'ਚ ਮਨ ਬਣੀ ਸਰੀਰ ਕਰਕੇ ਨਿਮਰਤਾ ਸਹਿਤ ਬੇਨਤੀ ਕਰੀਏ। ਜਿਸ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ, ਸਾਡੇ ਉੱਪਰੋਂ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ, ਨੀਵਿਆਂ ਤੋਂ ਉੱਚੇ ਬਣਾਇਆ। ਬੀਬੀਆਂ ਭੈਣਾਂ ਨੂੰ ਮੰਦਿਰ ਦੇ ਵਿੱਚ, ਮਸੀਤ ਵਿੱਚ ਬੈਠਣ ਦੀ ਆਗਿਆ ਨਹੀਂ ਸੀ। ਧਾਰਮਿਕ ਬੰਦੇ ਆਪਣੇ ਤੋਂ ਦੂਰ ਰੱਖਦੇ ਸਨ, ਪਰ ਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ, ਨੀਵੀਆਂ ਜਾਤਾਂ ਵਾਲਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ, ਅਕਾਲ ਪੁਰਖ ਦੇ ਲੜ ਲਾਇਆ। ਇਸ ਲਈ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਹੋਰ ਦੇਹਧਾਰੀ ਪਖੰਡੀ ਨੂੰ ਗੁਰੂ ਮੰਨਾਂਗੇ, ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਭੁੱਲ ਜਾਵਾਂਗੇ, ਸਾਡੇ ਨੂੰ ਮਾੜਾ ਹੋਰ ਕੌਣ ਹੋਏਗਾ। ਦੇਵੀ ਦੇਵਤੇ, ਗੁੱਗਾ ਮੜੀ ਮਸਾਣੀ, ਢੋਲ ਢਮੱਕਾ ਸਰਵਰ ਦਾ, ਕਾਲੀ ਕਲਕੱਤੇ ਵਾਲੀ ਆਦਿਕ ਨੂੰ ਮੰਨਾਂਗੇ ਤਾਂ ਆਪਣੇ ਗੁਰੂ ਪਿਤਾ ਜੀ ਦੇ ਹੁਕਮ ਤੋਂ ਉਲਟ ਹੋਵਾਂਗੇ। ਹੁਕਮ ਇਹ ਹੈ ਕਿ ਜਾਗਤ ਜੋਤ ਜਪੈ ਨਿਸਬਸ, ਏਕ ਬਿਨਾ ਮਨ ਏਕ ਨਾਨ, ਪੂਰਨ ਪ੍ਰੇਮ ਪ੍ਰਤੀ ਸਜੈ ਬ੍ਰਤ, ਗੋਰ ਮੜੀ ਮਟ ਭੂਲ ਨਾ ਮੰਨੈ, ਬਿਨ ਕਰਤਾਰ ਨ ਕਿਰਤ ਮਾਨੋ, ਆਦ ਅਜੂਨ ਅਜੈ ਬਨਾਸੀ, ਤੇ ਪਰਮੇਸ਼ਰ ਜਾਨੋ।
ਪਰ ਅਸੀਂ ਕਿੰਨੇ ਕੁ ਕਰਮੀ ਤੇ ਕਿਰਤਕਣ ਹਾਂ ਜੋ ਵਾਹਿਗੁਰੂ ਨੂੰ ਭੁਲਾਈ ਬੈਠੇ ਹਾਂ, ਤਦੀ ਤਾਂ ਅਸੀਂ ਰੋਗੀ ਅਤੇ ਦੁਖੀ ਹਾਂ। ਕਤਕ ਕਰਮ ਕਮਾਵਣੇ ਦੂਸ ਨਾ ਕਾਹੂ ਜੋਗ। ਕੱਤਕ ਦੇ ਮਹੀਨੇ ਦੁਆਰਾ ਫਰਮਾਉਂਦੇ ਨੇ ਕਿ ਜੋ ਕਰਮ ਕਮਾਏ ਨੇ ਉਹਦਾ ਫਲ ਭੋਗਣਾ ਪਏਗਾ। ਅੱਜ ਨਹੀਂ, ਭਲਕੇ ਨਹੀਂ, ਪਰਸੋਂ ਸਾਡੇ ਖਾਤੇ ਵਿੱਚ ਜਮ੍ਹਾਂ ਹੋ ਗਏ। ਕੁਛ ਦੀ ਪ੍ਰਾਰਬਧ ਬਣਦੀ ਹੈ। ਧ੍ਰਿਤਰਾਸ਼ਟਰ ਨੂੰ 107ਵੇਂ ਜਨਮ ਤੋਂ ਬਾਅਦ ਵੇਖੋ ਫਲ ਮਿਲਿਆ। ਉਹਨੇ ਹੰਸਾਂ ਦੇ 100 ਬੱਚੇ ਮਾਰ ਕੇ ਖਾਧੇ ਸੀਗੇ, ਜਿਸ ਕਰਕੇ ਉਹਦੇ ਮਹਾਂਭਾਰਤ ਦੇ ਯੁੱਧ ਵਿੱਚ 100 ਬੱਚੇ ਮਰੇ। ਇਸ ਵਾਸਤੇ ਉਹ ਭੋਗਣੇ ਪੈਣਗੇ, ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਸਾਨੂੰ ਰੋਗ ਅਤੇ ਬਿਮਾਰੀਆਂ ਕਿਉਂ ਆ ਕੇ ਘੇਰਦੀਆਂ ਨੇ? ਕਹਿੰਦੇ ਜਰਾ ਮਰਾ ਤਾਪ ਸਿਰਤ ਸਾਬ ਸਭ ਹਰ ਕੈ ਵਸ ਹੈ, ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ। ਪਰਮੇਸ਼ਰ ਤੋਂ ਆਪਾਂ ਭੁੱਲ ਜਾਂਦੇ ਆ। ਭੁੱਲਣ ਕਰਕੇ ਇਸ ਜੀਵ ਨੂੰ ਸਾਰੇ ਰੋਗ ਆ ਕੇ ਚੰਬੜ ਜਾਂਦੇ ਨੇ। ਸਾਡੇ ਅੰਦਰ ਅਗਿਆਨ ਹੋਣ ਕਰਕੇ ਹੰਗਤਾ ਬੁੱਧੀ ਹੈ, ਅੰਤਰ ਅਗਿਆਨ ਹੋ ਬੁੱਧ ਹੈ, ਸੱਚ ਸ਼ਬਦ ਮਨ ਖੋਹ। ਹੰਗਤਾ ਤੋਂ ਰਾਗ ਦਵੈਖ ਪੈਦਾ ਹੁੰਦੇ ਨੇ, ਜਿਨ੍ਹਾਂ ਕਰਕੇ ਫਿਰ ਸਾਨੂੰ ਰੋਗ ਲੱਗ ਜਾਂਦੇ ਨੇ, ਜੋ ਕਈ ਪ੍ਰਕਾਰ ਦੇ ਮੁੰਨੇ ਆਦਿ ਵਿਆਧੀ ਤੇ ਉਪਾਧੀ। ਬਾਕੀ ਹਉਮੈ ਦੀਰਘ ਰੋਗ ਹੈ, ਕੈਂਸਰ ਦਾ ਰੋਗ ਹੈ ਹਉਮੈ ਦਾ, ਜਿਹੜਾ ਠੀਕ ਨਹੀਂ ਹੁੰਦਾ। ਕੈਂਸਰ ਨਾਲ ਬੰਦਾ ਚੜ੍ਹਾਈ ਹੋਈ ਕਰਦਾ, ਠੀਕ ਨਹੀਂ ਹੁੰਦਾ। ਇਉਂ ਜਿਹੜੀ ਹਉਮੈ ਹੈ ਇਹ ਇਨਸਾਨ ਦਾ ਖਹਿੜਾ ਨਹੀਂ ਛੱਡਦੀ। ਇਸ ਲਈ ਮਹਾਰਾਜ ਕਹਿੰਦੇ ਨੇ ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਰਲਾਏ। ਜਿਤਨਾ ਕੋੜੀ ਵਿਰਲਾਪ ਕਰਦਾ, ਇਸ ਤਰ੍ਹਾਂ ਬਾਣੀ ਭੁਲਾਉਣ ਦੇ ਨਾਲ ਸਾਨੂੰ ਰੋਣਾ ਪਵੇਗਾ। ਇਕੱਲੇ ਬੈਠ ਕੇ ਅੱਖਾਂ 'ਚ ਕਸੁੰਨ ਦੇ ਕੇ ਕੰਧ ਵੱਲ ਮੂੰਹ ਕਰਕੇ ਰੋਣਾ ਪਊਗਾ। ਕਿਸੇ ਨੂੰ ਦੱਸਣ ਜੋਗਾ ਵੀ ਨਹੀਂ ਵੀ ਰੋ ਕਿਉਂ ਰਿਹਾ ਹੈ। ਤੋ ਇਸ ਲਈ ਚੰਗੇ ਕਰਮ ਕਰਨ ਦੀ ਆਗਿਆ ਹੈ। ਕੋਈ ਇਲਾਕੇ ਦੇ ਬੰਦੇ ਇਕੱਠੇ ਹੋ ਕੇ ਪੰਡਤ ਕੋਲ ਗਏ। ਕਹਿੰਦੇ ਹਾਂਜੀ ਕਿਵੇਂ ਆਏ? ਕਹਿੰਦੇ ਪੰਡਤ ਜੀ, ਜਿਸ ਖੂਹ ਤੋਂ ਅਸੀਂ ਪਾਣੀ ਭਰਦੇ ਸੀਗੇ, ਪੁਰਾਣੇ ਸਮਿਆਂ 'ਚ ਟੂਟੀਆਂ ਨਲਕੇ ਨਹੀਂ ਸੀ ਹੁੰਦੇ, ਖੂਹਾਂ ਤੋਂ ਹੀ ਪਾਣੀ ਦੀ ਜ਼ਰੂਰਤ ਪੂਰੀ ਕੀਤੀ ਜਾਂਦੀ। ਉਹਦੇ ਵਿੱਚ ਮਹਾਰਾਜ ਬਿੱਲੀ ਡਿੱਗ ਕੇ ਮਰ ਗਈ ਹੈ ਤੇ ਪਾਣੀ ਦੂਸ਼ਿਤ ਹੋ ਗਿਆ, ਬੜੀ ਬਦਬੂ ਆ ਰਹੀ ਹੈ। ਅਸੀਂ ਕਿਵੇਂ ਕਰੀਏ? ਪਾਣੀ ਤੋਂ ਬਗੈਰ ਜ਼ਿੰਦਗੀ ਨਹੀਂ। ਖੂਹ ਉਹੀ ਹੈ। ਹੁਣ ਖੂਹ ਤਾਂ ਨਵਾਂ ਪੁੱਟ ਨਹੀਂ ਸਕਦਾ ਬੰਦਾ, ਗਲਾਸ ਪਾਣੀ ਤੇ ਡੋਲ ਦੇਊਗਾ। ਬਾਲਟੀ ਵੀ ਡੋਲੀ ਜਾ ਸਕਦੀ ਹੈ, ਟੈਂਕੀ ਵੀ ਸਾਫ਼ ਹੋ ਸਕਦੀ ਹੈ। ਹੁਣ ਖੂਹ ਦਾ ਕੀ ਕਰੀਏ? ਕਹਿੰਦੇ ਇਉਂ ਕਰੋ ਕਿ ਜਿਹੜੀ ਮਰੀ ਹੋਈ ਬਿੱਲੀ ਹੈ ਇਹਨੂੰ ਬਾਹਰ ਕੱਢ ਕੇ ਤੇ 100 ਡੋਲ ਪਾਣੀ ਦਾ ਕੱਢ ਕੇ ਬਾਹਰ ਸੁੱਟ ਦਿਓ। ਪਾਣੀ ਕੱਢੀ ਜਾਓ ਤੇ ਸੁੱਟੀ ਜਾਓ, ਪਾਣੀ ਸ਼ੁੱਧ ਹੋ ਜਾਏਗਾ। ਉਹ ਸਾਧ ਸੰਗਤ ਜੀ ਸਿੱਖਿਆ ਲੈ ਕੇ ਉੱਥੇ ਆ ਗਏ ਤੇ ਉਹਨਾਂ ਕੀ ਕੀਤਾ? ਡੋਲ ਫੜਿਆ ਤੇ ਉਹ 100 ਡੋਲ ਗਿਣ ਕੇ ਉਹਨਾਂ ਨੇ ਪਾਣੀ ਦਾ ਕੱਢ ਦਿੱਤਾ। ਬਦਬੂ ਫਿਰ ਨਹੀਂ ਗਈ। ਪੰਡਤ ਨੂੰ ਪੁੱਛਿਆ, ਕਹਿੰਦੇ ਮਹਾਰਾਜ ਪਾਣੀ ਤਾਂ ਅਜੇ ਵੀ ਦੂਸ਼ਿਤ ਹੈ। ਕਹਿੰਦੇ ਚਲੋ ਮੈਂ ਚੱਲਦਾ, ਵੇਖੀਏ ਤਾਂ ਸਹੀ, ਫਿਰ ਹੋਰ ਕੋਈ ਤਰੀਕਾ ਅਪਣਾਵਾਂਗੇ, ਹੋਰ ਪਾਣੀ ਕੱਢਣਾ ਪਊਗਾ। ਜਦੋਂ ਗਿਆ ਤੇ ਉਹਨੇ ਵੇਖਿਆ, ਝਾਤ ਮਾਰ ਕੇ ਕਹਿੰਦਾ ਉਹ ਮੂਰਖੋ, ਬਿੱਲੀ ਤਾਂ ਕੱਢੀ ਨਹੀਂ, ਮਰੀ ਬਿੱਲੀ ਤਾਂ ਵਿੱਚ ਹੀ ਹੈ। ਤੋ ਇਸ ਵਾਸਤੇ ਇਹ ਗੱਲਾਂ ਸੱਚੀਆਂ ਨਹੀਂ ਹੁੰਦੀਆਂ, ਪਰ ਸਮਝਾਉਣ ਖਾਤਰ ਦ੍ਰਿਸ਼ਟਾਂਤ ਦੇਣ ਲਈ। ਬਿੱਲੀ ਕਿਹੜੀ ਆ? ਹਉਮੈ ਦੀ ਬਿੱਲੀ। ਇਹਦੇ ਨਾਲ ਸਾਡਾ ਹਿਰਦਾ ਸੜਿਆਣ ਮਾਰ ਰਿਹਾ ਹੈ। ਵਿਕਾਰਾਂ ਦੀ ਬਿੱਲੀ ਆ। ਉਹ ਵਿਕਾਰ ਔਗਣ ਜਿਹੜੇ ਸੜਿਆਣ ਮਾਰੋ ਤਾਂ ਕੱਢੇ ਨਹੀਂ। ਤੇ ਦੱਸੋ ਸਾਧਨਾ ਰੂਪੀ ਪਾਣੀ ਕੱਢਣ ਦਾ ਕੀ ਲਾਭ ਹੋਇਆ? ਐਵੇਂ ਮਿਹਨਤ ਮਾਰੀ ਜਾਣੀ, ਤਪ ਕਰੀ ਜਾਣਾ, ਦਾਨ ਪੁੰਨ ਤੀਰਥ ਇਸ਼ਨਾਨ। ਹਉਮੈ ਤਾਂ ਛੱਡੀ ਨਹੀਂ। ਤੀਰਥ ਵਰਤ ਯਾਰ ਦਾਨ ਕਰ, ਮਨ ਮੈਂ ਤਰੈ ਗੁਮਾਨ, ਨਾਨਕ ਨੇ ਫੁੱਲ ਜਾਤ ਜਿਉਂ ਕੁੰਚਰ ਇਸ਼ਨਾਨ। ਅੱਜ ਕੱਲ੍ਹ ਲਾਲ ਦਵਾਈ ਆਉਂਦੀ ਆ, ਵਾਹਿਗੁਰੂ ਨਾਮ ਦੀ ਲਾਲ ਦਵਾਈ ਵਿੱਚ ਸੁੱਟੋ, ਪਰ ਬਿੱਲੀ ਤਾਂ ਕੱਢਣੀ ਪਊਗੀ।
ਉਹ ਦਵਾਈ ਵੀ ਤਾਂ ਹੀ ਅਸਰ ਕਰੂਗੀ। ਤੋ ਇਸ ਵਾਸਤੇ ਜਿੰਨਾ ਚਿਰ ਮਹਾਰਾਜ ਦਾ ਨਾਮ ਨਹੀਂ ਜਪਦੇ, ਔਗਣਾ ਦਾ ਤਿਆਗ ਨਹੀਂ ਕਰਦੇ, ਉਹਨਾਂ ਚਿਰ ਅਸੀਂ ਰੋਗੀ ਹਾਂ। ਬੇਮੁਖ ਹੋਈ ਰਾਮ ਤੇ ਲਗਨ ਜਨਮ ਵਿਜੋਗ। ਹਉਮੈ ਦੀਰਘ ਰੋਗ ਹੈ, ਸਭ ਤੋਂ ਵੱਡਾ ਹਉਮੈ ਦਾ ਰੋਗ ਹੈ। ਜਿਹੜੇ ਪੁਰਸ਼ ਰਾਮ ਤੋਂ ਬੇਮੁਖ ਹੋਏ ਨੇ, ਉਹਦਾ ਸਿਮਰਨ ਨਹੀਂ ਕਰਦੇ, ਹੋਰਨਾਂ ਨੂੰ ਸੇਵਦੇ, ਉਹ ਜਨਮ ਮਰਨ ਦੇ ਦੁੱਖ ਉਹਨਾਂ ਨੂੰ ਲੱਗ ਜਾਂਦੇ, ਚੰਬੜ ਜਾਂਦੇ। ਜਨਮਾਂ ਜਨਮਾਂਤਰਾਂ ਦਾ ਵਿਛੋੜਾ ਰੱਬ ਵੱਲੋਂ ਪੈ ਜਾਂਦਾ। ਹਰ ਪਦ ਵਿਮੁਖ ਤਿਨ ਨਾਹੀਂ ਵਿਸਰਾਮ, ਆਵਾ ਗੌਣ ਬਹੁ ਜੋਨ ਭਰਮਾਵ। ਸ੍ਰੀ ਸਰਬਲੋਕ ਗ੍ਰੰਥ। ਬਿਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਜਿੰਨੇ ਕੋ ਮਾਇਆ ਦੇ ਪਦਾਰਥ ਮਿੱਠੇ ਲੱਗ ਰਹੇ ਸਾਨੂੰ, ਸਾਰੇ ਦੇ ਸਾਰੇ ਇੱਕ ਖਿਣ ਵਿੱਚ ਕੌੜੇ ਬਣ ਗਏ, ਦੁਖਦਾਈ ਹੋ ਗਏ। ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਨ ਕੀਤਾ ਰੋਗ। ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ, ਤਿਸ ਤੇ ਉਪਜਿਆ ਸੋਗ। ਚੂਹੇ ਮਾਰਨ ਵਾਲੀ ਦਵਾਈ ਮਿੱਠੀ ਹੁੰਦੀ ਹੈ, ਪਰ ਖਾਣ ਤੋਂ ਪਤਾ ਲੱਗਦਾ ਉਹਦੇ ਉੱਪਰ ਕੀ ਬੀਤਦੀ ਹੈ। ਫਿਰ ਦੇਖ ਫਰੀਦਾ ਜੇਤੀਆ, ਸ਼ੱਕਰ ਹੋਈ ਵਿਸ। ਸ਼ੱਕਰ ਹੀ ਜ਼ਹਿਰ ਬਣੀ ਪਈ ਹੈ। ਹਰੇਕ ਚੀਜ਼ ਜਿਹੜੀ ਆਪਾਂ ਖਾਂਦੇ ਹਾਂ ਉਹ ਨਿਰੀ ਜ਼ਹਿਰ ਖਾ ਰਹੇ ਹਾਂ। ਦੁੱਧ ਅੰਮ੍ਰਿਤ ਮਾਰ ਨੇ ਆਖਿਆ, ਲੋਕਾਂ ਨੇ ਅੰਮ੍ਰਿਤ ਦੇ ਵਿੱਚ ਵੀ ਜ਼ਹਿਰ ਘੋਲ ਦਿੱਤੀ। ਪਤਾ ਨਹੀਂ ਕੀ ਪਾਊਡਰ ਸ਼ੋਡਰ ਘੋਲ ਕੇ ਪਏ ਆਉਂਦੇ ਨੇ। ਆ ਜਿਹੜਾ ਕਣਕ ਵਾਲਾ ਆਟਾ ਹੈ, ਪਹਿਲਾਂ ਘਰਾਟਾਂ ਦਾ, ਫਿਰ ਚੱਕੀਆਂ ਦਾ, ਤੇ ਅੱਜ ਕੱਲ੍ਹ ਪਤਾ ਨਹੀਂ ਕੀ ਕੈਮੀਕਲ ਪਾ ਕੇ ਲਿਫਾਫਿਆਂ 'ਚ ਭਰ ਦਿੰਦੇ। ਉਹ ਕਿੰਨਾ ਕਿੰਨਾ ਚਿਰ ਖਰਾਬ ਹੀ ਨਹੀਂ ਹੁੰਦਾ। ਤਾਂ ਇਸ ਲਈ ਜੋ ਖਾ ਰਹੇ ਜ਼ਹਿਰ ਖਾ ਰਹੇ ਹਾਂ। ਸ਼ੱਕਰ ਵੀ ਵਿਸ ਹੋ ਗਈ ਹੈ। ਦੇਖ ਫਰੀਦਾ ਜੇਤੀਆ, ਸ਼ੱਕਰ ਹੋਈ ਵਿਸ, ਮਤਲਬ ਜਿਹੜੇ ਭੋਗ ਪਦਾਰਥ ਨੇ ਉਹ ਜ਼ਹਿਰੀਲੇ ਬਣ ਗਏ। ਸੁਖ ਜਿਹੜੇ ਦੁੱਖ ਹੋ ਗਏ। ਸਾਈਂ ਬਾਝੋਂ ਆਪਣੇ ਵੇਦਨ ਕਹੀਆ ਕਿਸ। ਖਾਧਾ ਤਾਂ ਮਿੱਠਾ ਸੀਗਾ। ਤੁਸੀਂ ਵੇਖੋ ਵੀ ਜਦ ਰੱਬ ਨਾ ਕਰੇ ਕੋਈ ਡਿਫੈਕਟ ਪੈ ਜਾਏ ਸਰੀਰ 'ਚ, ਉੱਪਰ ਛਾਲ ਜਿਹਨੂੰ ਉਲਟੀ ਕਹਿੰਦੇ ਨੇ, ਇੱਕਦਮ ਹੀ ਉਹ ਜ਼ਹਿਰ ਦੀ ਤਰ੍ਹਾਂ। ਚੰਗਾ ਸੋਹਣਾ ਬੜਾ ਮਿੱਠਾ ਭੋਜਨ ਵੀ ਜ਼ਹਿਰ ਬਣ ਕੇ ਨਿਕਲਦਾ। ਇਹ ਬੰਦਾ ਹੀ ਇੰਨਾ ਮਾੜਾ ਹੈ ਵੀ ਇਹਨੂੰ ਸੁਗੰਧੀ ਵੀ ਟੱਚ ਕਰ ਦਿਓ ਉਹ ਵੀ ਜ਼ਹਿਰ ਬਣਾ ਦਊਗਾ। ਹੱਥਾਂ 'ਚ ਮੁੜਕਾ ਹੀ ਇਸ ਤਰ੍ਹਾਂ ਦਾ। ਮੈਨੂੰ ਕਿਸੇ ਨੇ ਆਖਿਆ ਵੀ ਪੂਦਨਾ ਤੋੜ ਰਿਹਾ ਸੀ, ਪੁਦੀਨਾ, ਕਹਿੰਦੇ ਹੱਥਾਂ ਨਾਲ ਨਾ ਤੋੜਿਆ ਕਰੋ, ਕਰਦ ਨਾ ਕੱਟਿਆ ਕਰੋ। ਕਹਿੰਦੇ ਯੂਨੀਵਰਸਿਟੀ ਵਾਲੇ ਕਹਿੰਦੇ ਵੀ ਜੇ ਹੱਥ ਲੱਗ ਜਾਏ ਪੁਦੀਨੇ ਨੂੰ ਉਹ ਸੱਚਮੁੱਚ ਹੀ ਸੜ ਜਾਂਦਾ। ਇੰਨੀ ਜ਼ਹਿਰ ਸਾਡੇ 'ਚ ਭਰੀ ਪਈ ਹੈ। ਆਹ ਰਾਵਣ ਕੱਲ ਸਾੜਿਆ ਸੀਗਾ ਤੇ ਉਹਨੂੰ ਤਾਂ ਉਹ ਸਾੜ ਦਿੰਦੇ ਨੇ, ਤੇ ਆਪ ਕਿਹੜੀਆਂ ਕਾਲੀਆਂ ਕਰਤੂਤਾਂ ਦੱਸੋ। ਕੋਈ ਬੰਦਾ ਪੁੱਛੇ ਵੀ ਤੁਸੀਂ ਉਹਦੇ ਵਰਗੇ ਕੰਮ ਨਹੀਂ ਕਰਦੇ। ਕਿਸੇ ਦੇ ਘਰ ਜਾ ਕੇ ਦਖਲ ਦੇਣਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਕਿੰਨੀ ਬੇਅਦਬੀ ਹੋ ਰਹੀ ਹੈ। ਇਹ ਵੀ ਤਾਂ ਰਾਵਣ ਵਾਲੇ ਕੰਮ ਨੇ, ਰਾਖਸ਼ਾਂ ਵਾਲੇ। ਸਿਰਫ ਸਿਰ ਤੇ ਸਿੰਘ ਹੀ ਨਹੀਂ ਹਨ। ਕਿਸੇ ਧੀ ਭੈਣ ਦੀ ਇੱਜ਼ਤ ਨੂੰ ਤੋ ਬੁਰੀ ਨਿਗਾਹ ਦੇ ਨਾਲ ਤੱਕਣਾ। ਇਹੋ ਜਿਹੇ ਸਾਡੇ ਸਰੀਰ ਦੇ ਵਿੱਚ ਰੋਗ ਪੈਦਾ ਹੋਏ ਹਨ। ਮਾਇਆ ਦੇ ਭੋਗ ਪਦਾਰਥ ਕੌੜੇ ਹੋ ਗਏ ਜਦ ਜਮਦੂਤਾਂ ਦੇ ਵਸ ਪਏ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੂਵੈ ਰੋਜ। ਇਹ ਜੀਵ ਦੀ ਵਿਚੋਲਗੀ, ਵਕੀਲੀ ਜਾਂ ਸਿਫਾਰਿਸ਼ ਕੋਈ ਨਹੀਂ ਕਰ ਸਕਦਾ। ਕਿਸ ਦੇ ਅੱਗੇ ਜਾ ਕੇ ਰੋਜ਼ ਰੋਣਾ ਕਰੇ। ਦੱਸੋ ਫਿਰ ਸਤਿਗੁਰਾਂ ਤੋਂ ਬਿਨਾਂ ਵਿਚੋਲਾ ਬਣ ਕੇ ਕਿਹੜਾ ਜਮਾਂ ਤੋਂ ਛਡਾਵੇਗਾ, ਫਿਰ ਰੋਵੇਗਾ। ਇਸ ਲਈ ਗੁਰਾਂ ਨੂੰ ਵਿਚੋਲਾ ਬਣਾ ਕੇ ਅੰਮ੍ਰਿਤ ਛਕੋ, ਸਿੰਘ ਸਜੋ। ਕੀਤਾ ਕਿਛੂ ਨਾ ਹੋਵਾਈ, ਲਿਖਿਆ ਧੁਰ ਸੰਜੋਗ। ਜੋ ਧੁਰ ਤੋਂ ਸੰਜੋਗ ਲਿਖਿਆ ਕਰਮਾਂ ਦਾ ਉਸੇ ਮੁਤਾਬਕ ਹੁੰਦਾ। ਜੀਵ ਦਾ ਆਪਣਾ ਕੀਤਾ ਕੁਛ ਨਹੀਂ ਹੁੰਦਾ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਵਿਯੋਗ। ਜਦ ਵੱਡੇ ਭਾਗਾਂ ਕਰਕੇ ਮੇਰਾ ਪ੍ਰਮਾਤਮਾ ਮਿਲ ਜਾਏ ਤਾਂ ਸਾਰੇ ਦੁੱਖ ਵਿਛੋੜੇ ਉਤਰ ਜਾਂਦੇ ਨੇ। ਨਾਨਕ ਕਉ ਪ੍ਰਭ ਰਾਖ ਲੇਹੀ, ਮੇਰੇ ਸਾਹਿਬ ਬੰਦੀ ਮੋਜ। ਸਤਿਗੁਰੂ ਮਹਾਰਾਜ ਕਥਨ ਕਰਦੇ, ਇੰਜ ਬੇਨਤੀ ਕਰੋ, ਹੇ ਮੇਰੇ ਮਾਲਕ, ਬੰਦੀ ਖਾਨੇ ਤੋਂ ਛਡਾਉਣ ਵਾਲੇ ਰੱਖਿਅਕ। ਜਿਵੇਂ ਗਵਾਲੀਅਰ ਦੇ ਕਿਲੇ ਚੋਂ ਆ 4 ਨਵੰਬਰ ਨੂੰ ਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ। ਆਪਨੇ 52 ਰਾਜਿਆਂ ਨੂੰ ਰਿਹਾ ਕਰਾਇਆ। ਇਸ ਤਰ੍ਹਾਂ ਸਾਨੂੰ ਵੀ ਮਹਾਰਾਜ ਮਾਇਆ ਦੀ, ਵਿਕਾਰਾਂ ਦੀ ਬੰਦੀ ਤੋਂ ਛਡਾਓ ਜੀ। ਤੁਹਾਡੀ ਕਿਰਪਾ ਹੋਏਗੀ ਤਾਂ ਹੀ ਅਸੀਂ ਚੰਗੇ ਕਰਮ ਕਰ ਪਾਵਾਂਗੇ ਜੀ। ਸੋ ਕਿਰਪਾ ਕਰੋ ਮਹਾਰਾਜ। ਗਈ ਬੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਸਾਡੀ ਵੀ ਰੱਖਿਆ ਕਰੋ ਜੀ।
ਇਹ ਸਾਡੀ ਬੇਨਤੀ ਹੈ। ਤਕ ਹੋਵੈ ਸਾਧ ਸੰਗ ਬਿਨਸੈ ਸਭੇ ਸੋਚ। ਕੱਤਕ ਦੇ ਮਹੀਨੇ ਦੁਆਰਾ ਕਥਨ ਕਰਦੇ ਜੇ ਸਾਧ ਸੰਗਤ ਪ੍ਰਾਪਤ ਹੋ ਜਾਏ ਤਾਂ ਸਾਰੀਆਂ ਸੋਚਾਂ ਨਾਸ਼ ਹੋ ਜਾਂਦੀਆਂ ਨੇ। ਕੇਵਲ ਸੰਗਤ ਹੀ ਹੈ ਜਿੱਥੋਂ ਪਰਮੇਸ਼ਰ ਦੀ ਪ੍ਰੇਮਾ ਭਗਤੀ ਭਾਣਾ ਮੰਨਣਾ, ਨਿਮਰੀ ਪੂਤ ਰਹਿਣਾ, ਪ੍ਰਾਰਬਧ ਅਨੁਸਾਰ ਜੋ ਪ੍ਰਾਪਤ ਹੋਵੇ ਉੱਚ ਸੰਤੋਖੀ ਰਹਿਣਾ ਆਦਿਕ ਸ਼ੁਭ ਗੁਣ ਪ੍ਰਾਪਤ ਕਰੀਦੇ ਨੇ। ਸਮਾਪਤੀ ਹੈ ਜੀ। ਭੁੱਲਾਂ ਚੁੱਕਾ ਖਿਮਾ ਕਰੋ। ਅੱਗੇ ਤੋਂ ਸਮਤ ਬਖਸ਼ੋ। ਨਾਨਕ ਕਉ ਪ੍ਰਭ ਰਾਖ ਮੇਰੇ ਲਹੀ ਸਾਹਿਬ ਬੰਦੀ ਮੋਚ, ਤਕ ਹੋਵੈ ਸਾਧ ਸੰਗ ਬਿਰਸੈ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਦੇਖੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰੂ